ਨਾਨਕ ਗੁਰੂ ਗੋਬਿੰਦ ਸਿੰਘ ਪੂਰਨ ਹਰਿ ਅਵਤਾਰ। ਜਗਮਗ ਜੋਤ ਬਰਾਜ ਰਹੀ, ਸ੍ਰੀ ਗੁਰੂ ਗ੍ਰੰਥ ਮੇ ਜਾਰ। ਮੂਕ ਉਚਰੈ ਸਾਸਤਰ ਖਟ, ਪਿੰਗ ਗਿਰਨ ਚੜ ਜਾਏ। ਅੰਧ ਲਖੈ ਬਦਰਉ ਸੁਨੈ, ਜੋ ਕਾਲ ਕਿਰਪਾ ਕਰਾਏ। ਕਹਾ ਬੁੱਧ ਪ੍ਰਭ ਤੁਛ ਹਮਾਰੀ, ਬਰ ਨ ਸਕੈ ਮਹਿਮਾ ਜੋ ਤੁਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਬਿਸਨ ਪਦ ਪ੍ਰਬਲ ਚੰਡ ਕਬਿਓ ਬਾਚ, ਪ੍ਰਭ ਚਰਨ ਸਰਨ ਜਾ ਲਗੇ। ਕਹਿ ਬਾਰਤਾ ਸਭ ਹਠ ਪਗੇ, ਪ੍ਰਭ ਚਰਨ ਸਰਨ ਜਾ ਲਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਗੁਰੂ ਕੀਆਂ ਸਿੱਖ ਸੰਗਤਾਂ, ਬਾਬਾ ਠਾਕੁਰ ਸਿੰਘ ਜੀ ਗੁਰਮਤਿ ਦਿਆਲਾ ਕੈਰੋਂ ਵਿਖੇ ਬੈਠ ਕਰਕੇ ਸ਼੍ਰੀ ਸਰਬਲੋ ਪ੍ਰਕਾਸ਼ ਗ੍ਰੰਥ ਦੀ ਕਥਾ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਸਰਵਣ ਕਰਦੇ ਆ ਰਹੇ ਹੋ। ਸਤਿਗੁਰੂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਬਾ ਕਮਾਲ ਸ਼੍ਰੀ ਸਰਬਲੋ ਪ੍ਰਕਾਸ਼ ਗ੍ਰੰਥ ਦੀ ਬਾਣੀ ਰਚ ਕਰਕੇ ਤੇ ਸ਼੍ਰੀ ਸਰਬਲੋ ਜੀ ਤੇ ਬੀਰੇਨਾਥ ਦੇ ਵਿਚਕਾਰ ਜੋ ਜੰਗ ਹੋਇਆ ਹੈ, ਜਿੱਥੇ ਉਹ ਪ੍ਰਸੰਗ ਬੜੇ ਵੀਰ ਰਸ ਵਿੱਚ ਆ ਕਰਕੇ ਆਪ ਨੂੰ ਸਰਵਣ ਕਰਵਾ ਰਹੇ ਨੇ, ਉੱਥੇ ਮਹਾਰਾਜ ਸਾਹਿਬ ਜੀ ਰਾਜਨੀਤੀ ਦਾ ਜੋ ਪੱਖ ਹੈ ਕਿ ਜਦ ਕਿਤੇ ਜੰਗ ਦਾ ਸਮਾਂ ਆ ਕਰਕੇ ਬਣ ਜਾਏ ਤਾਂ ਸਭ ਤੋਂ ਪਹਿਲੇ ਸੁਲਹ ਸਫਾਈ ਲਈ ਪ੍ਰਸਤਾਵ ਰੱਖਣਾ ਚਾਹੀਦਾ ਹੈ। ਜੇ ਸੁਲਹ ਸਫਾਈ ਦੇ ਨਾਲ ਗੱਲ ਬਣ ਜਾਏ, ਜੰਗ ਰੁਕ ਜਾਏ, ਤੇ ਇਹਦੇ ਤੋਂ ਵੱਡਾ ਹੋਰ ਗੁਰੂ ਖਾਲਸਾ ਜੀ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਵੱਲੋਂ ਫਲ ਨਹੀਂ ਹੋ ਸਕਦਾ। ਸੋ ਸਤਿਗੁਰੂ ਸਾਹਿਬ ਜੀ ਲਿਖਦੇ ਨੇ ਕਿ ਭਗਵਾਨ ਸਰਬਲੋ ਜੀ ਨੇ ਗਣੇਸ਼ ਤੇ ਸਵਾਮ ਕਾਰਤਿਕ ਨੂੰ ਵਿਚੋਲਾ ਬਣਾ ਕਰਕੇ ਭੇਜਿਆ ਏ, ਤੇ ਦੰਤਾਂ ਨੂੰ ਜਾ ਕਰਕੇ ਕਿਹਾ ਏ ਕਿ ਤੁਸੀਂ ਜੰਗ ਨਾ ਕਰੋ ਤੇ ਇੰਦਰ ਦਾ ਰਾਜ ਭਾਗ ਤੇ ਬਾਖੂਬੀ ਉਹਨੂੰ ਮੋੜ ਦਿਓ, ਤੇ ਭਗਵਾਨ ਸਰਬਲੋ ਤੁਹਾਨੂੰ ਕੁਝ ਨਹੀਂ ਕਹੇਗਾ। ਤੇ ਉਹਨਾਂ ਨੇ ਅੱਗੋਂ ਬੜੇ ਗੁੱਸੇ ਦੇ ਵਿੱਚ ਆ ਕੇ, ਬੜੇ ਹੰਕਾਰ ਦੇ ਵਿੱਚ ਆ ਕਰਕੇ ਗਣੇਸ਼ ਤੇ ਸਵਾਮ ਕਾਰਤਿਕ ਨੂੰ ਬੁਰਾ ਭਲਾ ਬੋਲਿਆ ਏ, ਸਰਬਲੋ ਭਗਵਾਨ ਨੂੰ ਗਾਲਾਂ ਦਿੱਤੀਆਂ ਨੇ। ਤੇ ਇੱਕ ਗੁਰੂ ਖਾਲਸਾ ਜੀ ਬੀਰੇਨਾਥ ਦਾ ਪੁੱਤਰ ਜਿਹਦਾ ਨਾਮ ਕੰਤਾਲ ਸੀ, ਇਹਨੇ ਤੇ ਹਾਦੀ ਕਰ ਦਿੱਤੀ ਹੈ, ਆਪਣੇ ਹੱਥ ਵਿੱਚ ਤੇਗ ਲੈ ਕਰਕੇ ਤੇ ਗਣੇਸ਼ ਵੱਲ ਨੂੰ ਗਣੇਸ਼ ਦੇ ਸਿਰ ਦੇ ਉੱਪਰ ਮਾਰਨਾ ਕੀਤੀ ਹੈ, ਤੇ ਗਣੇਸ਼ ਨੇ ਅੱਗੋਂ ਗਾਂਡੇ ਦਾ ਢਾਲਾ ਲੈ ਕਰਕੇ ਉਹਦੀ ਤੇਗ ਦਾ ਵਾਰ ਰੋਕ ਲਿਆ ਏ। ਸਵਾਮ ਕਾਰਤਿਕ ਦੇ ਹੱਥ ਵਿੱਚ ਸੂਆ ਸੀ, ਉਹਨੇ ਸੂਆ ਲੈ ਕਰਕੇ ਕੰਤਾਲ ਨੂੰ ਮਾਰ ਦਿੱਤਾ ਏ। ਜਦੋਂ ਦੈਂਤ ਭੱਜ ਕਰਕੇ ਗਣੇਸ਼ ਦੇ ਸਵਾਮ ਕਾਰਤਿਕ ਨੂੰ ਪਕੜਨ ਲੱਗੇ ਨੇ, ਤਾਂ ਇਹਨਾਂ ਨੇ ਆਪਣੇ ਵਿਵਾਨ ਬੂਖਕ ਵਿਵਾਨ ਦੇ ਮਯੂਰ ਵਿਵਾਨ ਦੇ ਉੱਪਰ ਸਵਾਰ ਹੋ ਕਰਕੇ ਤੇ ਅਸਮਾਨ ਦੇ ਰਸਤੇ ਚਾਲਾ ਮਾਰ ਦਿੱਤਾ ਏ।
ਤੇ ਭਗਵਾਨ ਸਰਬਲੋਕ ਜੀ ਦੇ ਕੋਲ ਆ ਕਰਕੇ ਜਿੱਥੇ ਵਿਸ਼ਨੂੰ ਜੀ ਤੇ ਜਿੱਥੇ ਇੰਦਰ ਆਦਿਕ ਸਾਰੇ ਬੈਠੇ ਹੋਏ ਸਨ ਉੱਥੇ ਉਤਾਰਾ ਕੀਤਾ ਏ। ਇੱਥੋਂ ਮਹਾਰਾਜ ਸਾਹਿਬ ਜੀ ਅੱਗੇ ਕਥਾ ਚਲਾ ਰਹੇ ਨੇ। ਆਓ ਮਨ ਦੀਆਂ ਬਿਰਤੀਆਂ ਨੂੰ ਕਰੀਏ ਇਕਾਗਰ ਚਿੱਤ ਤੇ ਮੁਖ ਤੋਂ ਉਚਾਰਨ ਕਰੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਿਸਨ ਪਦ ਪ੍ਰਬਲ ਚੰਡ ਕਬਿਓ ਬਾਚ। ਮਹਾਰਾਜ ਕਲਗੀਧਰ ਪਾਤਸ਼ਾਹ ਜੀ ਕਬਿਓ ਬਾਚ ਸਰਲੇਖ ਹੇਠ ਕਿਰਪਾ ਕਰਦੇ ਪਏ ਨੇ। ਤੇ ਪ੍ਰਬਲ ਚੰਡ ਇੱਥੇ ਦੋ ਡੰਡੇ ਲੱਗੇ ਨੇ। ਰਾਗਮਾਲਾ ਦੇ ਵਿੱਚ ਗੁਰੂ ਖਾਲਸਾ ਜੀ ਜਿਹੜੇ ਰਾਗਾਂ ਦੇ ਨਾਮ ਆਏ ਨੇ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਨੇ, ਉਹਨਾਂ ਰਾਗਾਂ ਦੇ ਵਿੱਚ ਸ੍ਰੀ ਸਰਬਲੋਕ ਜੀ ਦੀ ਪਾਵਨ ਬਾਣੀ ਉਚਾਰਨ ਕੀਤੀ ਹੈ। ਤੇ ਇੰਜ ਮਹਾਰਾਜ ਕਲਗੀਧਰ ਜੀ ਨੇ ਰਾਗਮਾਲਾ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਹੋਣ ਦਾ ਵੱਡਾ ਸਬੂਤ ਸਰਬਲੋਕ ਪ੍ਰਕਾਸ਼ ਗ੍ਰੰਥ ਵਿੱਚ ਦਿੱਤਾ ਏ। ਤੋ ਸਾਹਿਬ ਜੀ ਕਿਰਪਾ ਕਰਦੇ ਪਏ ਨੇ। ਪ੍ਰਭ ਚਰਨ ਸਰਣ ਜਾ ਲਗੇ। ਮਹਾਰਾਜ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਦੰਤਾਂ ਦੇ ਪਾਸੋਂ ਭੱਜ ਕਰਕੇ ਗਣੇਸ਼ ਤੇ ਸੁਆਮ ਕਾਰਤਕ ਪ੍ਰਭੂ ਸੱਤਾ ਵਾਲੀ ਸ੍ਰੀ ਸਰਬਲੋਕ ਭਗਵਾਨ ਦੇ ਚਰਨਾਂ ਦੀ ਸ਼ਰਨ ਵਿੱਚ ਜਾ ਕਰਕੇ ਸਰਬਲੋਕ ਭਗਵਾਨ ਦੇ ਚਰਨਾਂ ਦੇ ਨਾਲ ਜਾ ਕੇ ਲੱਗ ਗਏ ਨੇ। ਕਹਿ ਬਾਰਤਾ ਸਭ ਹਠ ਪਗੇ। ਤੇ ਦੱਸੀ ਹੈ ਦੈਂਤਾਂ ਦੀ ਸਾਰੀ ਹੀ ਬਾਰਤਾ ਕਹੀ ਹੈ ਕਿ ਸਾਰੇ ਦੈਂਤ ਜੰਗ ਦਾ ਹਠ ਕਰਕੇ ਤੇ ਸਾਰੇ ਪੱਗੇ ਮੈਨੇ ਤੁਲੇ ਹੋਏ ਨੇ ਜੰਗ ਕਰਨ ਵਾਸਤੇ। ਸਾਰੇ ਜੰਗ ਕਰਨ ਵਾਸਤੇ ਪੱਗੇ ਆਪਸ ਵਿੱਚ ਮਿਲੇ ਹੋਏ ਨੇ। ਨਹਿ ਸੰਧ ਮਾਨਤ ਨਿਸਚਰਾ। ਭਗਵਾਨ ਸਰਬਲੋਕ ਜੀ ਅਸਾਂ ਨੇ ਬੜਾ ਸਮਝਾਉਣਾ ਕੀਤਾ ਏ, ਪਰ ਜਿਹੜੇ ਦੈਂਤ ਨੇ ਉਹ ਕਿਸੇ ਵੀ ਪ੍ਰਕਾਰ ਦੀ ਸੰਧੀ ਕਰਨ ਨੂੰ ਮੰਨਦੇ ਨਹੀਂ। ਦੁਰਬੁੱਧ ਕਮਤੰ ਆਸੁਰਾ। ਉਹਨਾਂ ਦੀ ਦੁਰਬੁੱਧੰ ਵਿਪਰੀਤ ਬੁੱਧ ਹੋ ਗਈ ਹੈ ਤੇ ਖੋਟੀ ਅਕਲ ਨੂੰ ਦੰਤਾਂ ਨੇ ਧਾਰਨ ਕੀਤਾ ਏ। ਕੁਮਤੰਗ ਮੈਨੇ ਖੋਟੀ ਅਕਲ ਤੇ ਦੂਜੇ ਅਰਥ ਦੇ ਵਿੱਚ ਕੁਮਤੰਗ ਮੈਨੇ ਨੀਚ। ਜਿਹੜੇ ਨੀਚ ਰਾਖਸ਼ ਨੇ ਉਹਨਾਂ ਦੀ ਬੁੱਧੀ ਉਲਟ ਗਈ ਹੈ। ਦੂਤੋ ਬਾਚ ਗਹਿ ਲੀਅਸ ਦਾਸਨ ਕੌਸਬੀ। ਗਣੇਸ਼ ਤੇ ਸੁਆਮ ਕਾਰਤਕ ਦੂਤ ਸਰਬਲੋਕ ਭਗਵਾਨ ਨੂੰ ਕਹਿਣ ਲੱਗੇ ਭਗਵਾਨ ਜੀ ਅਸੀਂ ਤੇ ਮਸਾਂ ਬਚ ਕੇ ਆਏ ਆਂ ਤੇ ਸਾਰੇ ਦੈਂਤ ਇਕੱਠੇ ਹੋ ਕਰਕੇ ਤੁਹਾਡੇ ਦਾਸਾਂ ਨੂੰ ਵੀ ਪਕੜਨ ਲੈ ਲੱਗੇ ਸਨ। ਇੱਕ ਵਾਰ ਤੇ ਉਹਨਾਂ ਨੇ ਫੜ ਹੀ ਲੈਣਾ ਕੀਤਾ ਸੀ। ਹਟਕ ਰਹਿਓ ਸਮਤੰ 60 ਤਬੀ। ਵੀਰਯਨਾਥ ਦੇ ਪੁੱਤਰ ਬਹੁਤੇ ਭੂਤਰੇ ਨੇ ਤੇ ਜਿਹੜੇ ਸ੍ਰੇਸ਼ਟ ਮੰਤਰੀ ਸੀ ਉਹਨਾਂ ਨੂੰ ਹਟਾ ਰਹੇ ਕਿ ਏਦਾਂ ਨਾ ਕਰੋ, ਇਹ ਦੂਤ ਚੱਲ ਕੇ ਆਏ ਨੇ, ਦੂਤਾਂ ਨਾਲ ਜੰਗ ਕਰਨਾ ਚੰਗਾ ਨਹੀਂ ਹੁੰਦਾ। ਪਰ ਜਿਹੜੇ ਉਹ ਮੂਰਖ ਭੂਤਰੇ ਹੋਏ ਵੀਰਯਨਾਥ ਦੇ ਪੁੱਤਰ ਤਾਂ ਵੀ ਪਿਛਾਂ ਨੂੰ ਨਹੀਂ ਸਨ ਹਟਦੇ। ਦੀਨਿਓ ਚਲਾਏ ਕਿਰਪਾਨ ਕਹਿ। ਉਹਨਾਂ ਨੇ ਹਟਾਉਂਦਿਆਂ ਸਾਡੇ ਉੱਪਰ ਕਿਰਪਾਨ ਚਲਾ ਦੇਣਾ ਕੀਤੀ। ਲੀਨਿਓ ਬਚਾਏ ਹਮ ਚਰਮ ਗਹਿ। ਗਣੇਸ਼ ਕਹਿੰਦਾ ਏ ਭਗਵਾਨ ਸਰਬਲੋਕ ਜੀ ਮੈਂ ਢਾਲਾ ਪਕੜ ਕਰਕੇ ਤੇ ਢਾਲਾ ਕਿਰਪਾਨ ਦੀ ਵਾਰ ਦੇ ਅੱਗੇ ਡਾਹ ਕਰਕੇ ਨਾ ਆਪਣੇ ਆਪ ਨੂੰ ਕਿਰਪਾਨ ਦੀ ਵਾਰ ਤੋਂ ਬਚਾ ਲੈਣਾ ਕੀਤਾ। ਲੈ ਸੂਲ ਹਨਿਓ ਦੈਤ ਹੀ। ਸੂਲ ਸੂਆ ਲੈ ਕਰਕੇ ਸੁਆਮ ਕਾਰਤਕ ਨੇ ਮਾਰਿਆ। ਜਿਹੜਾ ਕੰਤਾਲ ਦੈਂਤ ਸੀ ਵੀਰਯਨਾਥ ਦਾ ਪੁੱਤਰ ਉਸ ਨੂੰ ਮਾਰ ਦਿੱਤਾ ਇਹ ਜੰਗ ਦੇ ਮੈਦਾਨ ਵਿੱਚ। ਪ੍ਰਭ ਵਿਜੈ ਪ੍ਰਥਮ ਜੈਤ ਹੀ। ਪ੍ਰਭ ਵਿਜੈ ਇਹ ਪ੍ਰਭੂ ਸਰਬਲੋਕ ਜੀ ਇਹ ਤੁਹਾਡੀ ਜਿੱਤ ਦੀ ਪ੍ਰਥਮ ਜੈਤ ਪਹਿਲੀ ਜਿੱਤ ਹੈ ਜੋ ਅਸੀਂ ਦੈਂਤਾਂ ਦੇ ਘਰ ਜਾ ਕਰਕੇ ਵੀਰਯਨਾਥ ਦਾ ਪੁੱਤਰ ਮਾਰ ਆਏ ਹਾਂ। ਬਦ ਸਗਨ ਸਤਰੂ ਕੋ ਭਇਓ। ਬਦ ਸਗਨ ਮੈਨੇ ਅਬ ਸਗਨ ਹੋਇਆ ਏ। ਵੈਰੀਆਂ ਦੇ ਘਰ ਦੇ ਵਿੱਚ ਵੈਰੀਆਂ ਦੇ ਨਾਲ ਇਹ ਬੜਾ ਵੱਡਾ ਅਪਸ਼ਗਨ ਹੋਇਆ ਏ ਕਿ ਜੰਗ ਅਜੇ ਸ਼ੁਰੂ ਨਹੀਂ ਹੋਇਆ ਤੇ ਵੀਰਯਨਾਥ ਦਾ ਪੁੱਤਰ ਕੰਤਾਲ ਜੋ ਦੈਂਤਾਂ ਦਾ ਵੱਡਾ ਸੈਨਾਪਤੀ ਰਾਜਕੁਮਾਰ ਸੀ ਉਹ ਆਪਣੇ ਘਰ ਦੇ ਵਿੱਚ ਹੀ ਮਾਰਿਆ ਗਿਆ ਏ। ਸੁਭ ਯਾਤਰਾ ਸਮਰੰਗ ਭਇਓ। ਜੰਗ ਦੇ ਮੈਦਾਨ ਦੀ ਚੰਗੀ ਚੜ੍ਹਾਈ ਆਪਣੀ ਹੋਈ ਹੈ ਜਾਂ ਹੋਵੇਗੀ
ਇਹ ਮਹਾਰਾਜ ਜੀ ਸੰਕੇਤ ਹੈ, ਜੋ ਬੀਰੇਨਾਥ ਦਾ ਪੁੱਤਰ ਮਰ ਗਿਆ ਏ ਤੇ ਆਪਣੀ ਜੰਗ ਦੇ ਮੈਦਾਨ ਵਿੱਚ ਜਿੱਤ ਹੋਏਗੀ। ਬੀਰਜਨਾਦ ਪੁੱਤਰੰ ਰੁਜਿਓ, ਮਹਾਰਾਜ ਜੀ ਬੀਰੇਨਾਥ ਦਾ ਪੁੱਤਰ ਜੰਗ ਦੇ ਮੈਦਾਨ ਦੇ ਵਿੱਚ ਰੁੱਝਿਓ ਮਰ ਗਿਆ ਏ। ਪ੍ਰਭ ਬਲ ਪ੍ਰਤਾਪਹਿ ਜੂਝਿਓ, ਹੇ ਪ੍ਰਭੂ ਜੀ, ਇਹ ਤੁਹਾਡਾ ਹੀ ਬਲ ਤੇ ਤੁਹਾਡਾ ਹੀ ਪ੍ਰਤਾਪ ਹੈ। ਤੁਹਾਡੇ ਬਲ ਤੇ ਪ੍ਰਤਾਪ ਦੇ ਨਾਲ ਅਸਾਂ ਨੇ ਦੈਂਤਾਂ ਦੇ ਘਰ ਵਿੱਚ ਜਾ ਕੇ ਤੇ ਬੀਰੇਨਾਥ ਦਾ ਰਾਜਕੁਮਾਰ ਮਾਰਿਆ ਏ ਤੇ ਤੁਹਾਡੀ ਕਿਰਪਾ ਦੇ ਨਾਲ ਉਹ ਜੰਗ ਦੇ ਮੈਦਾਨ ਵਿੱਚ ਸਾਡੇ ਹੱਥੋਂ ਮਰਿਆ ਹੈ। ਅਬ ਬਿਲਮ ਨਾਹਿਨ ਕੀਜੀਐ, ਹੇ ਭਗਵਾਨ ਜੀ, ਹੁਣ ਦੇਰੀ ਨਾ ਕਰੋ। ਹੁਣ ਕਾਹਦੀ ਦੇਰੀ ਲਾਈ ਹੈ? ਹੁਣ ਕਿਸੇ ਵੀ ਪ੍ਰਕਾਰ ਦੀ ਆਪ ਜੀ ਦੇਰੀ ਨਾ ਕਰਨਾ ਕਰੋ। ਸੁਰ ਸਮਰ ਅਸਰਣ ਦੀਜੀਐ, ਹਾਂ, ਦੇਵਤਿਆਂ ਨੂੰ ਜੰਗ ਕਰਨ ਲਈ, ਦੰਤਾਂ ਨੂੰ ਜੰਗ ਦੇ ਮੈਦਾਨ ਵਿੱਚ ਮਾਰਨ ਲਈ ਦੇਵਤਿਆਂ ਨੂੰ ਆਗਿਆ ਦੇਣਾ ਕਰੋ ਆਪ ਜੀ। ਇੱਕ ਗੁਰੂ ਖਾਲਸਾ ਜੀ, ਇਹ ਯਾਦ ਆ ਗਿਆ ਏ 2524 ਦੇ ਉੱਪਰ ਇਹ ਨੀ ਅਰਿਓ ਤੋ ਕਾਲ ਆਇਕ ਹੈ। ਇਸ ਤਰੀਕੇ ਦੇ ਨਾਲ ਨੀ ਅਰਿਓ ਪਾਠ ਬੋਲਣਾ ਹੈ। ਨੰਨੇ ਨੂੰ ਬਿਹਾਰੀ, ਐੜਾ ਤੇ ਰਾਰੇ ਨੂੰ ਸਿਹਾਰੀ ਤੇ ਊੜੇ ਦਾ ਮੂੰਹ ਖੁੱਲਾ। ਸ਼ਾਇਦ ਭਾਈ ਸਰਜੀਤ ਸਿੰਘ ਜੀ ਨੀ ਅਰਾਇਓ ਕਰਕੇ ਬੋਲ ਗਏ ਸਨ ਤੇ ਇਹ ਗੁਰੂ ਖਾਲਸਾ ਜੀ ਪਾਠ ਭਾਈ ਸਰਜੀਤ ਸਿੰਘ ਦੀ ਗਲਤੀ ਹੈ ਇਹਦੇ ਵਿੱਚ, ਤੇ ਨੀ ਅਰਿਓ ਕਰਕੇ ਇਹ ਪਾਠ ਪੜਨਾ ਹੈ ਜੀ। ਬਿਸਨ ਪਦ ਕੌਸਕ ਕਬਿਓ ਬਾਚ ਅਸ਼ਟਪਦੀ, ਕਬਿਓ ਬਾਚ ਇੱਥੇ ਦੋ ਡੰਡੇ ਨੇ ਤੇ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਅਸ਼ਟਪਦੀਆਂ ਦੇ ਵਿੱਚ ਹੁਣ ਕਿਰਪਾ ਕਰਦੇ ਨੇ ਕੌਸਕ ਰਾਗ ਦੇ ਵਿੱਚ। ਕਹਿਓ ਬਾਰਤਾ ਸਵਾਮ ਗਨੇਸਾ, ਹਾਂ, ਏਦਾਂ ਸਵਾਮ ਕਾਰਤਕ ਤੇ ਗਣੇਸ਼ ਨੇ ਜਿਵੇਂ ਦੂਤਾਂ ਦੇ ਨਾਲ ਗੱਲਬਾਤ ਹੋਈ ਸਾਰੀ ਸਰਬਲੋ ਜੀ ਨੂੰ ਦੱਸੀ ਹੈ। ਪਠਿਓ ਬਿਸਨ ਬਸੀਠ ਕੇ ਭੇਸਾ, ਹਾਂ, ਜੋ ਵਿਸ਼ਨੂੰ ਨੇ ਉਹਨਾਂ ਨੂੰ ਵਿਚੋਲਿਆਂ ਦਾ ਲਿਬਾਸ ਪਹਿਨਾ ਕਰਕੇ ਭੇਜਿਆ ਸੀ ਤੇ ਵਿਚੋਲੇ ਬਣ ਕਰਕੇ ਜੋ ਉਹਨਾਂ ਨੇ ਕਾਰਨਾਮਾ ਕੀਤਾ ਏ ਉਹ ਸਾਰਾ ਵਿਸ਼ਨੂੰ, ਸਰਬਲੋ ਭਗਵਾਨ ਤੇ ਇੰਦਰ ਨੂੰ ਦੱਸਣਾ ਕੀਤਾ ਏ। ਇਤ ਕੀ ਕਥਾ ਭਾਈ ਜਿਮ ਕਹੀ, ਮਹਾਰਾਜ ਕਲਗੀਧਰ ਜੀ ਕਹਿੰਦੇ ਇੱਧਰ ਦੇਵਤਿਆਂ ਦੇ ਇਕੱਠ ਵਿੱਚ ਜੈਸੀ ਕਥਾ ਹੋਈ ਤੈਸੀ ਗੁਰੂ ਖਾਲਸਾ ਜੀ ਅਸਾਂ ਨੇ ਤੁਹਾਨੂੰ ਕਹਿ ਦੇਣਾ ਕੀਤੀ ਹੈ। ਉਤ ਕੀ ਕਥਾ ਸੁਨਹੁ ਜਿਮ ਭਈ, ਹਾਂ, ਉਧਰ ਦੀ ਕਥਾ ਜੈਸੀ ਬੀਰੇਨਾਥ ਦੇ ਦਰਬਾਰ ਦੇ ਵਿੱਚ ਜਾਂ ਦੰਤਾਂ ਦੇ ਸਮੁਦਾਇ ਦੇ ਵਿੱਚ ਜਾਂ ਦੰਤਾਂ ਦੇ ਦਾਲ ਵਿੱਚ ਜੈਸੀ ਕਥਾ ਹੋਈ ਉਹ ਹੁਣ ਤੁਹਾਨੂੰ ਮੈਂ ਕਹਿਣਾ ਹਾਂ। ਪਿਆਰੇ ਭਾਈ ਦਇਆ ਸਿੰਘ ਗੁਰੂ ਖਾਲਸਾ ਜੀ ਸੁਣਨਾ ਕਰੋ। ਆਥ ਕੰਤਾਲ ਸੁਤ ਬੀਰਜਨਾਦ ਬਦ ਹੈ, ਸਵਾਮ ਗਨਪਤ ਸਮਰ ਬਸੇਠੀ। ਮਹਾਰਾਜ ਕਲਗੀਧਰ ਜੀ ਕਹਿੰਦੇ ਨੇ ਹੁਣ ਜਿਵੇਂ ਕੰਤਾਲ ਬੀਰਜਨਾਥ ਦਾ ਪੁੱਤਰ ਬਦਹ ਮਾਰਿਆ ਗਿਆ ਏ ਤੇ ਸਵਾਮ ਕਾਰਤਕ ਤੇ ਗਣਪਤ ਗਣੇਸ਼ ਜੋ ਜੰਗ ਦੇ ਵਿਚੋਲੇ ਬਣ ਕੇ ਗਏ ਸਨ ਉਹਨਾਂ ਦੇ ਹੱਥੋਂ ਉਹ ਪ੍ਰਸੰਗ ਮਹਾਰਾਜ ਸਾਹਿਬ ਜੀ ਕਹਿੰਦੇ ਨੇ। ਇੱਥੇ ਮਹਾਰਾਜ ਸਾਹਿਬ ਜੀ ਅੱਗੇ ਸਾਨੀ ਦਾ ਅਰਥ ਹੁੰਦਾ ਏ ਜਿਵੇਂ ਪਿੱਛੇ ਆਇਆ ਏ ਉਸੇ ਪ੍ਰਕਾਰ ਹੀ ਅੱਗੇ ਆਵੇਗਾ। ਅੱਗੇ ਮਹਾਰਾਜ ਸਾਹਿਬ ਜੀ ਅਸ਼ਟਪਦੀਆਂ ਲਿਖਦੇ ਪਏ ਨੇ। ਸਾਹਿਬ ਜੀ ਕਿਰਪਾ ਕਰਦੇ ਨੇ। ਸਾਨੇ ਜੂਝ ਗਇਓ ਕੰਤਾਲ ਭੁਪਾਲਾ, ਮਹਾਰਾਜ ਕਲਗੀਧਰ ਪਾਤਸ਼ਾਹ ਜੀ ਕਹਿੰਦੇ ਨੇ ਬੀਰੇਨਾਥ ਦਾ ਪੁੱਤਰ ਕੰਤਾਲ ਮਾਰਿਆ ਗਿਆ ਹੈ ਗਣੇਸ਼ ਤੇ ਸਵਾਮ ਕਾਰਤਕ ਦੇ ਹੱਥੋਂ। ਹਾਹਾਕਾਰ ਕੀਓ ਧਨਮਾਲਾ, ਸਾਰੇ ਦੰਤਾਂ ਨੇ ਇਕੱਠਿਆਂ ਹੋ ਕੇ ਪੰਗਤਾਂ ਬਣਾ ਕੇ ਜਾਂ ਜਿੰਨੀਆਂ ਵੀ ਦੰਤਾਂ ਦੇ ਦਲਾਂ ਦੀਆਂ ਪੰਗਤਾਂ ਸਨ ਸਾਰਿਆਂ ਨੇ ਹਾਏ ਹਾਏ ਕਾਰ ਕੀਤਾ। ਹਨਿਓ ਬਸੇਠ ਕੁਵਰ ਕਹਤਾਏ, ਹਾਂ, ਕਹਿੰਦੇ ਨੇ ਆਪਸ ਦੇ ਵਿੱਚ ਹਾਏ ਹਾਏ ਕਰਦੇ ਨੇ। ਹਾਏ ਕੈਸੇ ਵਿਚੋਲੇ ਆਏ ਸਨ ਜਿਨ੍ਹਾਂ ਨੇ ਬੀਰੇਨਾਥ ਦੇ ਪੁੱਤਰ ਤਾਂ ਹੀ ਮਾਰ ਦੇਣਾ ਕੀਤਾ ਏ। ਕੀਓ ਅਨੀਤ ਕੁਵਰ ਗਰਬਾਏ, ਹਾਂ, ਫਿਰ ਗੱਲਾਂ ਕਰਦੇ ਨੇ ਕਹਿੰਦੇ ਨੇ ਵੀ ਉਹਨਾਂ ਵਿਚੋਲਿਆਂ ਦਾ ਵੀ ਕਸੂਰ ਕੋਈ ਨਹੀਂ। ਇਹ ਤੇ ਅਨੀਤ ਅਯੋਗ ਗੱਲ ਕੀਤੀ ਸੀ। ਕੁਵਰ ਕੰਤਾਲ ਨੇ ਵੀ ਗਰਬਾਈ ਹੰਕਾਰ ਦੇ ਵਿੱਚ ਆ ਕਰਕੇ ਉਹਨਾਂ ਦੇ ਗਲ ਪੈਣਾ ਕੀਤਾ ਸੀ। ਜੋ ਅਸ਼ਟਪਦੀ ਕੌਸਕ ਮੰਤਰੀ ਬਾਚ ਆਪਸ ਮੈਂ, ਮਹਾਰਾਜ ਕਲਗੀਧਰ ਪਾਤਸ਼ਾਹ ਜੀ ਕਹਿੰਦੇ ਨੇ ਮੰਤਰੀ ਆਪਸ ਦੇ ਵਿੱਚ
ਇੰਜ ਗੱਲਾਂ ਕਰਦੇ ਪਏ ਨੇ। ਦੂਤਹ ਗ੍ਰਿਸ਼ਟ ਬੋਲ ਨਾ ਫਰਮਾਇਆ। ਹਾਂ, ਦੂਤਾਂ ਨੇ ਗ੍ਰਿਸ਼ਟ ਬੋਲ, ਕਰੜਾ ਬੋਲ ਨਹੀਂ ਸੀ ਕਹਿਣਾ ਕੀਤਾ। ਸੱਸੇ ਦੇ ਪੈਰ ਦੇ ਵਿੱਚ ਟੈਂਕਾ ਆਏ। ਮੰਤਰੀ ਆਪਸ ਵਿੱਚ ਗੱਲਾਂ ਕਰਦੇ ਨੇ ਵੀ ਦੂਤਾਂ ਨੇ ਤੇ ਕੋਈ ਕਰੜਾ ਬੋਲ ਨਹੀਂ ਸੀ ਕਹਿਣਾ ਕੀਤਾ ਕਰਕੇ। ਊਚ ਨੀਚ ਸਭ ਕਹਿਤ ਬੁਝਾਇਆ। ਉਹਨਾਂ ਨੇ ਤੇ ਜੋ ਕਹਿਤ ਕਹਿਣੇ ਯੋਗ ਗੱਲਾਂ ਸੀ, ਉੱਚੀਆਂ ਨੀਵੀਆਂ, ਕੁਝ ਦੈਂਤਾਂ ਦੇ ਹੱਕ ਵਿੱਚ, ਕੁਝ ਦੈਂਤਾਂ ਤੋਂ ਉਲਟ, ਉਹ ਸਾਰੀਆਂ ਕਹਿਣੇ ਜੋ ਗੱਲਾਂ ਕਹਿ ਕਰਕੇ ਤੇ ਦੈਂਤਾਂ ਨੂੰ ਬੁਝਾਇਆ, ਸਮਝਾਉਣਾ ਕੀਤਾ ਸੀ। ਆਤੁਰਤਾ ਕੀਨਿਓ ਸੋ ਕੁਮਾਰਾ। ਹਾਂ, ਕੁਮਾਰਾ ਰਾਜਕੁਮਾਰ ਕੰਤਾਲ ਨੇ ਕਾਹਲੀ ਕੀਤੀ। ਆਤਰਤਾ ਮੈਨੇ ਕਾਹਲੀ ਇਸ ਨੇ ਕਰਨਾ ਕੀਤੀ ਹੈ, ਸੋ ਭਲੀ ਪ੍ਰਕਾਰ। ਤਮਕ ਤੇਗ ਦੂਤਨ ਸਿਰ ਝਾਰਾ। ਇਹਨੇ ਕਿਹੜੀ ਕੋਈ ਚੱਜ ਦੀ ਗੱਲ ਕੀਤੀ ਹੈ, ਗੁੱਸੇ ਦੇ ਵਿੱਚ ਆ ਕੇ ਤਲਵਾਰ ਫੜ ਲਈ। ਇਦਾਂ ਥੋੜੀ ਤਲਵਾਰ ਫੜੀਦੀ ਹੈ ਘਰ ਆਇਆਂ ਦੇ ਉੱਪਰ, ਇਦਾਂ ਥੋੜਾ ਵਾਰ ਕਰੀਦਾ ਏ। ਅਤਿਥੀ ਦੇਵੋ ਭਵഃ, ਜਿਹੜਾ ਘਰ ਵਿੱਚ ਆਉਂਦਾ ਏ ਉਹ ਤੇ ਦੇਵਤਾ ਹੁੰਦਾ ਏ। ਫਿਰ ਉਹ ਦੂਤ ਸਨ। ਇਹਨੇ ਮਿਆਨ ਵਿੱਚੋਂ ਤੇਗ ਕੱਢ ਕੇ ਤੇ ਤਮਕ ਗੁੱਸੇ ਦੇ ਨਾਲ, ਕ੍ਰੋਧ ਦੇ ਨਾਲ ਦੂਤਾਂ ਦੇ ਸਿਰ ਦੇ ਵਿੱਚ ਮਾਰਨਾ ਕੀਤੀ। ਇਹਨੇ ਕਿਹੜਾ ਕੋਈ ਚੱਜ ਦਾ ਕੰਮ ਕੀਤਾ ਏ। ਸਾਨੇ ਦੂਤ ਨਾ ਹੋਏ ਵੈ ਦੀਨ ਵਿਚਾਰੇ। ਇਹਨੇ ਕੀ ਵਿਚਾਰਿਆ ਸੀ? ਇਹਦੀ ਨਿਗਾਹ ਦੇ ਵਿੱਚ ਉਹ ਵਿਚੋਲੇ ਨਹੀਂ ਸੀ, ਦੂਤ ਨਾ ਹੋਏ। ਉਹ ਤੇ ਇਹਦੀ ਨਿਗਾਹ ਦੇ ਵਿੱਚ ਕੰਗਾਲ ਹੋਏ ਵਿਚਾਰੇ ਜਿਹੜੇ ਇਹਦੇ ਕੋਲ ਮੰਗਣ ਆਏ ਸੀ। ਇਹਨੇ ਸ਼ਰਮ ਨਹੀਂ ਕੀਤੀ, ਹਯਾ ਨਹੀਂ ਕੀਤੀ ਕਿਸੇ ਪ੍ਰਕਾਰ ਦੀ, ਤੇ ਉਹਨਾਂ ਦੇ ਸਿਰ ਉੱਪਰ ਤੇਗ ਦਾ ਵਾਰ ਕੀਤਾ। ਉਹਨਾਂ ਢਾਲੇ ਨਾਲ ਅੱਗੋਂ ਵਾਰ ਰੋਕ ਕੇ ਤੇ ਸੂਏ ਦੇ ਨਾਲ ਇਹਦਾ ਵੱਧ ਕਰ ਦਿੱਤਾ ਏ। ਇਹਦੇ ਵਿੱਚ ਇਹਨੇ ਅਨੀਤੀ ਕੀਤੀ ਹੈ, ਅਯੋਗ ਰੀਤੀ ਕੀਤੀ ਹੈ। ਉਹਨਾਂ ਵਿਚਾਰਿਆਂ ਦਾ ਤੇ ਕਸੂਰ ਕੋਈ ਨਹੀਂ। ਮੰਤਰੀ ਏਦਾਂ ਆਪਸ ਵਿੱਚ ਗੱਲਾਂ ਕਰਦੇ ਨੇ। ਅਦਪਤ ਤੀਨ ਲੋਕ ਕੋ ਪਿਆਰੇ। ਹਾਂ, ਤਿੰਨਾਂ ਲੋਕਾਂ ਦੇ ਪਿਆਰੇ ਭਗਵਾਨ ਸਰਬਲੋ ਜੀ, ਜੋ ਸਾਰਿਆਂ ਦੇ ਅਦਪਤ ਰਾਜੇ ਨੇ, ਰਾਜਿਆਂ ਦੇ ਰਾਜੇ ਨੇ, ਉਹਦੇ ਉਹ ਪਿਆਰੇ ਦੂਤ ਸਨ। ਤੇ ਉਹ ਚੱਲ ਕਰਕੇ ਆਏ ਸਨ। ਤੇ ਕੰਤਾਲ ਨੇ ਕੀ ਸਮਝਿਆ ਏ? ਉਹ ਦੂਤ ਨਾ ਹੋਏ, ਉਹ ਤੇ ਕੰਗਾਲ ਹੋਏ ਵਿਚਾਰੇ। ਇਸ ਤਰੀਕੇ ਦੇ ਨਾਲ ਇਹਨਾਂ ਨੇ ਉਹਨਾਂ ਦੀ ਦੁਰਦਸ਼ਾ ਕੀਤੀ ਹੈ। ਸਿਵ ਸੁਤ ਬਲੀ ਪ੍ਰਬਲ ਬਲਵੰਡਾ। ਇਹਨਾਂ ਮੂਰਖਾਂ ਨੂੰ ਪਤਾ ਹੀ ਨਹੀਂ ਸੀ ਵੀ ਉਹ ਸ਼ਿਵ ਜੀ ਦੇ ਪੁੱਤਰ, ਬੜੇ ਬਲ ਵਾਲੇ ਤੇ ਪ੍ਰਬਲ, ਪਰ ਵਿਸ਼ੇਸ਼ ਕਰਕੇ ਜਿਨ੍ਹਾਂ ਦੇ ਵਿੱਚ ਬਲ ਬਹੁਤੇ, ਬਲੀ ਤੇ ਬਲਵੰਡਾ, ਅੱਗੇ ਜੰਗ ਦੇ ਮੈਦਾਨ ਵਿੱਚ ਬਲ ਵੰਡਣ ਵਾਲੇ, ਭਾਵ ਜਿੱਧਰਲੇ ਪਾਸੇ ਜਾ ਕੇ ਉਹ ਖਲੋ ਜਾਂਦੇ ਉਧਰਲੇ ਪਾਸੇ ਜਿੱਤ ਹੋ ਜਾਂਦੀ। ਵਿਦਤ ਮਹਾਤਮ ਜਗਤ ਪ੍ਰਚੰਡਾ। ਮੰਤਰੀ ਆਪਸ ਵਿੱਚ ਗੱਲਾਂ ਕਰਦੇ ਨੇ। ਉਹਨਾਂ ਦਾ ਜਗਤ ਦੇ ਵਿੱਚ ਤ੍ਰਿਖੇ ਪ੍ਰਤਾਪ ਦਾ, ਉਹਨਾਂ ਦੇ ਤ੍ਰਿਖੇ ਪ੍ਰਤਾਪ ਦਾ ਜਗਤ ਦੇ ਵਿੱਚ ਮਹਾਤਮ ਵਿਦਤ ਮੈਨੇ ਪ੍ਰਗਟ ਹੀ ਹੈ। ਅਸ਼ਟਪਦੀ ਕੌਸਕ। ਅਸ਼ਟਪਦੀ ਸੱਸੇ ਦੇ ਪੈਰ ਦੇ ਵਿੱਚ ਟੈਂਕਾ ਲਗਾ ਲੈਣਾ ਜੀ। ਢੀਠ ਬਚਨ ਭਾਖਿਓ ਗਰਵਾਏ। ਹਾਂ, ਕਹਿੰਦੇ ਨੇ ਵੀ ਇਹਨਾਂ ਗਰਵਾਈ ਅਹੰਕਾਰ ਦੇ ਵਿੱਚ ਆ ਕਰਕੇ ਤੇ ਉਹਨਾਂ ਨੂੰ ਇਹਨਾਂ ਨੇ ਖੋਟੇ ਬਚਨ ਕਹਿਣਾ ਕੀਤੇ। ਇਹਨਾਂ ਰਾਜਕੁਮਾਰਾਂ ਦਾ ਦੋਸ਼ ਹੈ। ਫਿਰ ਕੁਝ ਮੰਤਰੀ ਕਹਿੰਦੇ ਨੇ, ਕਹਿੰਦੇ ਕੀ ਹੋਇਆ? ਪਹਿਲੀ ਗੱਲ ਤੇ ਉਹਨਾਂ ਨੇ ਕੋਈ ਕਰੜਾ ਬੋਲ ਨਹੀਂ ਇਹਨਾਂ ਨੂੰ ਬੋਲਿਆ। ਜੇ ਉਹਨਾਂ ਨੇ ਢੀਠ ਬਚਨ ਕੋਈ ਕਰੜਾ ਬੋਲ ਵੀ ਦਿੱਤਾ ਹੋਵੇਗਾ, ਗੁਰਵਾਈ ਮੈਨੇ ਗੁਰੂ ਖਾਲਸਾ ਜੀ, ਹੰਕਾਰ ਵੀ ਹੁੰਦਾ ਏ ਤੇ ਗੁਰਵਾਈ ਦਾ ਅਰਥ ਹੁੰਦਾ ਏ ਵੱਡਾ, ਗੁਰਵਾਈ ਦਾ ਅਰਥ ਵੱਧ ਕੇ ਵੀ ਹੁੰਦਾ ਏ। ਇਹ ਜੋ ਰਾਰੇ ਨੂੰ ਔਂਕੜ ਹੈ, ਥੋੜੀ ਜਗਾ ਕਰਕੇ ਬੋਲਣੀ ਹੈ। ਉਹ ਕਹਿੰਦੇ ਨੇ ਵੀ ਉਦਾਂ ਤੇ ਉਹਨਾਂ ਨੇ ਕੋਈ ਢੀਠ ਹੋ ਕਰਕੇ ਹੰਕਾਰ ਵਾਲਾ ਬੋਲ ਨਹੀਂ ਸੀ ਬੋਲਿਆ। ਜੇ ਉਹਨਾਂ ਨੇ ਕੋਈ ਭਾਖਿਓ ਬੋਲ ਵੀ ਦਿੱਤਾ ਹੋਵੇਗਾ, ਜਿਮ ਕਹਿ ਪਠਿਓ ਜਗਤ ਕੇ ਰਾਏ, ਤੇ ਉਹਨਾਂ ਨੇ ਕਿਹੜਾ ਆਪਣੇ ਵੱਲੋਂ ਕੋਈ ਕੜਰਾ ਬਚਨ ਬੋਲਿਆ ਸੀ। ਜਿਵੇਂ ਉਹਨਾਂ ਨੂੰ ਜਗਤ ਦੇ ਰਾਜੇ ਸਰਬਲੋ ਨੇ ਕਹਿ ਕੇ ਭੇਜਿਆ ਸੀ, ਉਹਨਾਂ ਨੇ ਤੇ ਸਰਬਲੋ ਭਗਵਾਨ ਦੀ ਗੱਲ ਸਾਰੀ ਆ ਕੇ ਦੱਸਣਾ ਕੀਤੀ ਹੈ ਨਾ। ਉਹਦੇ ਵਿੱਚ ਵਿਚੋਲੇ ਸੀ, ਉਹਨਾਂ ਵਿਚਾਰਿਆਂ ਦਾ ਕੀ ਦੋਸ਼ ਸੀ? ਏਕ ਬਲੀ ਨਿਜ ਦੁਤੀय ਸਹਾਇਕ। ਇਹਨਾਂ ਮੂਰਖਾਂ ਨੂੰ ਪਤਾ ਹੀ ਨਹੀਂ ਵੀ ਇੱਕ ਤੇ ਉਹ ਆਪ ਬਲੀ ਨੇ
ਤੇ ਦੂਜੇ ਉਹਨਾਂ ਦੇ ਸਹਾਇਕ ਨੇ। ਕੌਣ ਸਹਾਇਕ ਨੇ? ਅੱਗੇ ਦੱਸਦੇ ਨੇ ਕਲਗੀਧਰ ਜੀ। ਸਰਬ ਲੋਹ ਸੇ ਹੈ ਬਰਦਾਇਕ। ਉਹਨਾਂ ਦੇ ਦੂਜੇ ਸਹਾਇਕ ਨੇ ਸਰਬਲੋਕ ਭਗਵਾਨ ਜੀ, ਤੇ ਸਰਬਲੋਕ ਭਗਵਾਨ ਸੇ ਵਰਗੇ ਵਿਸ਼ਨੂੰ ਜੀ, ਤੇ ਉਹ ਜੋ ਸਾਰਿਆਂ ਨੂੰ ਵਰਦਾਇਕ ਵਰ ਦੇਣ ਵਾਲੇ ਸਰਬਲੋਕ ਭਗਵਾਨ ਜੀ ਤੇ ਸਰਬਲੋਕ ਭਗਵਾਨ ਵਰਗੇ ਵਿਸ਼ਨੂੰ ਜੀ, ਇਹਨਾਂ ਦੇ ਸਹਾਈ ਨੇ ਦੂਜੇ। ਸਾਨੇ ਤ੍ਰਿਤੀਯ ਦੇਵ ਬਪ ਪੂਜ ਪ੍ਰਚੰਡਾ। ਹਾਂ, ਤੀਜੇ ਗਣੇਸ਼ ਤੇ ਸਵਾਮ ਕਾਰਤਕ, ਤ੍ਰਿਤਿਆ ਦੇਵ ਬਪ। ਤ੍ਰਿਤਿਆ ਮੈਨੇ ਤੀਜਾ ਉਹਨਾਂ ਦਾ ਦੇਵਤਿਆਂ ਵਾਲਾ ਬਾਪ ਸਰੀਰ, ਤੇ ਫਿਰ ਉਹਨਾਂ ਦੀ ਪੂਜਾ ਵੀ ਪ੍ਰਚੰਡ ਹੈ, ਕਿਉਂਕਿ ਉਹ ਦੇਵਤੇ ਨੇ ਤੇ ਉਹ ਭਗਵਾਨ ਦੀ ਜਿਹੜੀ ਪੂਜਾ ਏ ਉਹ ਹੀ ਬੜੇ ਪ੍ਰਤਾਪ ਦੇ ਨਾਲ ਕਰਦੇ ਨੇ। ਭਗਵਾਨ ਵੀ ਉਹਨਾਂ ਦੇ ਉੱਪਰ ਬੜਾ ਖੁਸ਼ ਹੁੰਦਾ ਏ, ਤੇ ਜਾਂ ਉਹਨਾਂ ਦੀ ਜਿਹੜੀ ਪੂਜਾ ਏ ਸੰਸਾਰ ਦੇ ਵਿੱਚ ਉਹ ਬੜੇ ਬਲ ਵਾਲੀ ਪ੍ਰਤਾਪ ਵਾਲੀ ਹੈ। ਸਾਰੀ ਦੁਨੀਆ ਉਹਨਾਂ ਨੂੰ ਪੂਜਦੀ ਹੈ। ਉਹਨਾਂ ਦੀ ਸੰਸਾਰ ਦੇ ਵਿੱਚ ਬਹੁਤ ਪੂਜਾ ਏ, ਇਸ ਵਾਸਤੇ ਉਹ ਤਰੀਖੇ ਪ੍ਰਤਾਪ ਵਾਲੇ ਨੇ, ਵੱਡੇ ਪ੍ਰਚੰਡ ਪ੍ਰਤਾਪ ਵਾਲੇ ਨੇ, ਪੂਜਯ ਪੂਜਨੇ ਯੋਗ ਨੇ, ਤੇ ਸੰਸਾਰ ਦੇ ਵਿੱਚ ਉਹਨਾਂ ਦਾ ਵੱਡਾ ਪ੍ਰਤਾਪ ਹੈ। ਦੇਵਤਿਆਂ ਵਾਲਾ ਬਾਪ ਸਰੀਰ ਹੈ। ਤੀਜੀ ਗੱਲ ਇਹ ਹੈ ਸਿਵ ਸੁਤ ਭੁਜ ਬਲ ਆਤ ਬਲ ਵੰਡਾ। ਹਾਂ, ਸ਼ਿਵ ਦੇ ਸੁਪੁੱਤਰ ਨੇ, ਭੁਜ ਬਲ ਬਾਹਾਂ ਵਿੱਚ ਉਹਨਾਂ ਦੇ ਬਲ ਹੈ। ਆਤ ਬਹੁਤਾ ਜੰਗ ਦੇ ਮੈਦਾਨ ਦੇ ਵਿੱਚ ਬਲ ਵੰਡਾ, ਬਲ ਨੂੰ ਵੰਡਣ ਵਾਲੇ ਨੇ। ਭਾਵ ਜਿਹੜੇ ਪੱਖ ਵਿੱਚ ਜਾ ਕੇ ਖਲੋ ਜਾਂਦੇ ਨੇ ਉਹ ਪੱਖ ਦੀ ਹਮੇਸ਼ਾ ਹੀ ਜਿੱਤ ਕਰਵਾ ਦਿੰਦੇ ਨੇ। ਆਏ ਦੂਤ ਵੇਸ ਕਹਿ ਧਰ ਕਰ। ਹਾਂ, ਉਹਨਾਂ ਵਿੱਚ ਤਿੰਨ ਗੱਲਾਂ ਇਹਨਾਂ ਮੂਰਖਾਂ ਨੂੰ ਪਤਾ ਹੀ ਨਹੀਂ। ਇੱਕ ਉਹ ਆਪ ਬਲੀ, ਦੂਜੇ ਉਹਨਾਂ ਦੇ ਸਰਬਲੋਕ ਭਗਵਾਨ ਤੇ ਸਰਬਲੋਕ ਭਗਵਾਨ ਵਰਗੇ ਵਿਸ਼ਨੂੰ ਜੀ ਸਹਾਇਕ, ਜਗਤ ਨੂੰ ਵਰਦਾਨ ਦੇਣ ਵਾਲੇ। ਤੀਜਾ ਉਹਨਾਂ ਦਾ ਦੇਵਤਿਆਂ ਵਾਲਾ ਸਰੀਰ। ਚੌਥਾ ਪੂਜਨੇ ਯੋਗ, ਤੇ ਸੰਸਾਰ ਦੇ ਵਿੱਚ ਉਹਨਾਂ ਦਾ ਤ੍ਰਿਖਾ ਪ੍ਰਤਾਪ। ਤੇ ਪੰਜਵਾਂ ਉਹ ਸ਼ਿਵ ਦੇ ਪੁੱਤਰ, ਬਾਹਾਂ ਵਿੱਚ ਉਹਨਾਂ ਦੀਆਂ ਬਲ, ਉਹਨਾਂ ਦੀਆਂ ਬਾਹਾਂ ਜਿਹੜੀਆਂ ਨੇ ਡੰਡਿਆਂ ਵਰਗੀਆਂ ਨੇ, ਬਹੁਤ ਬਲ ਹੈ ਉਹਨਾਂ ਦੀਆਂ ਬਾਹਾਂ ਦੇ ਵਿੱਚ। ਤੇ ਆਤ ਬਹੁਤਾ ਸੰਸਾਰ ਦੇ ਵਿੱਚ ਉਹ ਬਲ ਵੰਡਣ ਵਾਲੇ ਨੇ, ਭਾਵ ਬਲ ਦੇ ਪੁੰਜ ਨੇ। ਤੇ ਉਹ ਦੂਤਾਂ ਦਾ ਵੇਸ ਧਰ ਕੇ, ਵਿਚੋਲਿਆਂ ਦਾ ਵੇਸ ਧਾਰ ਕੇ ਆਏ ਸਨ। ਇਹਨਾਂ ਮੂਰਖਾਂ ਨੂੰ ਪਤਾ ਹੀ ਨਹੀਂ, ਇਹਨਾਂ ਨੇ ਉਹਨਾਂ ਦੇ ਨਾਲ ਪੰਗਾ ਲੈ ਲਿਆ। ਏਡੇ ਉਹ ਬਲੀ। ਫਿਰ ਉਹਨਾਂ ਦੀ ਨਿਮਰਤਾ ਵੇਖੋ ਵੀ ਆਪ ਸੁਲਾ ਸਫਾਈ ਕਰਨ ਵਾਸਤੇ ਆਏ। ਉਹਦੇ ਕੱਲੇ ਕੱਲੇ ਹੀ ਇੱਕ 100 ਦੰਤਾਂ ਦੇ ਉੱਪਰ ਭਾਰੀ ਪੈਣ ਵਾਲੇ ਨੇ। ਹਜ਼ਾਰ ਦੰਤਾਂ ਨੂੰ ਉਹ ਕੱਲੇ ਕੱਲੇ ਅੱਗੇ ਲਾਉਣ ਵਾਲੇ ਅਤਰਥੀ ਸੂਰਮੇ ਨੇ। ਉਹਨਾਂ ਦੀ ਨਿਮਰਤਾ ਕਿੱਡੀ ਹੈ, ਦੀਨਤਾ ਹੀ ਕਿੱਡੀ ਹੈ ਉਹਨਾਂ ਦੀ, ਕਿ ਉਹ ਦੂਤਾਂ ਦਾ ਵੇਸ ਧਾਰ ਕੇ ਆਏ ਨੇ। ਆਗਿਆ ਸਰਬ ਲੋਹ ਕੇ ਅਨਚਰ। ਹਾਂ, ਸਰਬਲੋਕ ਭਗਵਾਨ ਦੇ ਅਨੁਚਰ ਦਾਸ ਬਣ ਕੇ ਤੇ ਸਰਬਲੋਕ ਭਗਵਾਨ ਦੀ ਆਗਿਆ ਦੇ ਨਾਲ ਚੱਲ ਕਰਕੇ ਆਏ ਨੇ। ਢੀਠਬ ਬੋਲਿਓ ਤਬ ਕਾ ਭਇਓ। ਹਾਂ, ਜੇ ਉਹ ਕਿਤੇ ਕੋ ਕਰੜਾ ਬੋਲੇ ਤੇ ਕੀ ਹੋਇਆ? ਉਹਨਾਂ ਨੇ ਬੋਲਣਾ ਨਹੀਂ ਸੀ। ਇਹਨਾਂ ਦੰਤਾਂ ਨੇ ਉਹਨਾਂ ਦੇ ਨਾਲ ਕਿਹੜੀ ਭਲੀ ਗੁਜ਼ਾਰੀ ਹੈ। ਰਾਟ ਪਾਟ ਤਿੰਨ ਤੇ ਛੁੱਟ ਗਇਓ। ਹਾਂ, ਉਹਨਾਂ ਦਾ ਰਾਜ ਭਾਗ ਇਹਨਾਂ ਦੰਤਾਂ ਨੇ ਵੀ ਖੋਇਆ ਹੀ ਹੈ ਨਾ। ਤੇ ਜਿਨ੍ਹਾਂ ਕੋ ਰਾਟ ਪਾਟ ਰਾਜ ਸਾਜ ਸਾਰਾ ਛੁੱਟ ਗਿਆ ਹੋਵੇ ਤੇ ਉਹਨੇ ਗਾਲੀ ਗਲੋਚ ਤੇ ਕਰਨਾ ਹੁੰਦਾ ਏ। ਜੇ ਉਹਨਾਂ ਨੇ ਗਾਲੀ ਗਲੋਚ ਕਰ ਦਿੱਤਾ ਤੇ ਕੀ ਹੋਇਆ? ਇਹਨਾਂ ਨੇ ਉਹਨਾਂ ਦਾ ਰਾਜ ਭਾਗ ਵੀ ਖੋਇਆ ਹੀ ਹੈ। ਇਦਾਂ ਮੰਤਰੀ ਗੱਲਾਂ ਕਰਦੇ ਨੇ। ਰਾਟ ਪਾਟ ਮੈਨੇ ਰਾਜ ਸਾਜ, ਰਾਟ ਪਾਟ ਦੀ ਜਗ੍ਹਾ ਦੇ ਰਾਜ ਪਾਟ ਪਾਠੰਤਰ ਵੀ ਹੈ। ਕਿੰਦਿਓ ਰੋਖ ਅਵਗਿਆ ਕਰੇ। ਇਹਨਾਂ ਨੇ ਜੋ ਅੱਗੋਂ ਉਹਨਾਂ ਦੀ ਅਵਗਿਆ ਕੀਤੀ ਹੈ, ਗੁੱਸੇ ਦੇ ਵਿੱਚ ਆ ਕਰਕੇ, ਜਾਂ ਇਹਨਾਂ ਨੇ ਜੋ ਉਹਨਾਂ ਦੇ ਆਉਣ ਤੇ ਰੋਖ ਗੁੱਸਾ ਕੀਤਾ ਏ, ਇਹਨਾਂ ਨੇ ਭਾਰੀ ਅਵਗਿਆ ਕੀਤੀ ਹੈ। ਉਚਤਾ ਨੁਚਤ ਨਾ ਤਿਨ ਤੇ ਸਰੇ। ਹਾਂ, ਮਹਾਰਾਜ ਕਲਗੀਧਰ ਜੀ ਕਹਿੰਦੇ ਨੇ ਕਿ ਮੰਤਰੀ ਆਪਸ ਵਿੱਚ ਗੱਲਾਂ ਕਰਦੇ ਨੇ। ਉਚਤਾ ਅਨੁਚਿਤ ਨਾ ਤਿਨ ਤੇ ਸਰੀ। ਇਸ ਤਰੀਕੇ ਨਾਲ ਇਹ ਸ਼ਬਦ ਦਾ ਸੰਧੀ ਵਿਛੇਦ ਹੋਏਗਾ। ਉਚਤਾ ਅਨੁਚਿਤ, ਕੰਨੇ ਵਿੱਚੋਂ ਆੜਾ ਨਿਕਲੇਗਾ। ਉਹਨਾਂ ਨੇ ਉਚਤਾ ਯੋਗ ਕੀਤਾ ਏ, ਉਹਨਾਂ ਨੇ ਅਨੁਚਿਤ ਅਯੋਗ ਗੱਲ ਕੋਈ ਵੀ ਨਹੀਂ ਕੀਤੀ।
ਉਹਨਾਂ ਦੇ ਪਾਸੋਂ ਕੋਈ ਵੀ ਗੱਲ ਅਯੋਗ ਨਹੀਂ ਸਰੀ ਹੋਈ। ਉਹਨਾਂ ਨੇ ਜੋ ਕੀਤਾ ਉਹ ਜੋਗ ਹੀ ਕੀਤਾ ਏ। ਸਾਨੇ ਕਿਓ ਅਨੀਤ ਕੁਵਰ ਟਿਠਾਏ। ਹਾਂ, ਇਹਨਾਂ ਰਾਜਕੁਮਾਰਾਂ ਨੇ ਢੀਠਾਈ ਕਰਕੇ, ਢੀਠਪੁਣਾ ਕਰਕੇ ਅਯੋਗ ਗੱਲ ਕੀਤੀ ਹੈ। ਜੋ ਘਰ ਆਇਆ ਤੇ ਵਾਰ ਕੀਤਾ ਕਿਰਪਾਨ ਦਾ। ਹਨਿਓ ਦੂਤ ਸਿਰ ਤੇਗ ਚਲਾਏ। ਹਾਂ, ਜਦੋਂ ਫਿਰ ਇਹਨਾਂ ਦੇ ਕੰਤਾਲ ਨੇ ਦੂਤਾਂ ਦੇ ਸਿਰ ਦੇ ਵਿੱਚ ਤੇਗ ਚਲਾਉਣਾ ਕੀਤੀ ਤਾਂ ਉਹਨਾਂ ਨੇ ਵੀ ਅੱਗੋਂ ਸੂਆ ਮਾਰ ਕਰਕੇ ਤੇ ਕੰਤਾਲ ਨੂੰ ਮਾਰ ਦੇਣਾ ਕੀਤਾ ਏ। ਉਨਹੂ ਹਨਾ ਸੂਲ ਰਸ ਠਾਨਾ। ਉਹਨਾਂ ਨੇ ਵੀ ਗੁੱਸਾ ਕਰਕੇ ਸੂਆ ਮਾਰਿਆ ਏ। ਗੁੱਸਾ ਕਰਕੇ ਉਹਨਾਂ ਨੇ ਵੀ ਇਸ ਤਰ੍ਹਾਂ ਕੰਤਾਲ ਮਾਰ ਸੁੱਟਿਆ ਏ। ਲਗਤ ਸੂਲ ਭਟ ਤਜੇ ਪਰਾਨਾ। ਜਦੋਂ ਉਹਨਾਂ ਦਾ ਸੂਆ ਵੱਜਾ ਏ ਤੇ ਕੰਤਾਲ ਦੇ ਪਾਸੋਂ ਉਹਨਾਂ ਦੀ ਝਾਲ ਨਹੀਂ ਚੱਲੀ ਗਈ ਤੇ ਇਹਨੇ ਆਪਣੇ ਪ੍ਰਾਣ ਛੱਡ ਦਿੱਤੇ ਨੇ। ਆ ਸਗਨ ਭਇਓ ਪ੍ਰਥਮ ਹੀ ਜਾਤਾ। ਹਾਂ, ਵਿਚਾਰ ਕਰਦੇ ਨੇ ਮੰਤਰੀ, ਇਹਨਾਂ ਨੇ ਚੜਾਈ ਸੁਆਹ ਕਰਨੀ ਹੈ ਦੇਵਤਿਆਂ ਦੇ ਉੱਤੇ। ਇਹਨਾਂ ਦਾ ਤੇ ਪਹਿਲਾਂ ਹੀ ਆ ਸ਼ਗਨ ਹੋ ਗਿਆ ਏ। ਪਹਿਲਾਂ ਹੀ ਇਹਨਾਂ ਨੇ ਬੁਰੀ ਗੱਲ ਕਰ ਬੈਠੇ ਨੇ। ਪਹਿਲਾਂ ਹੀ ਕਤਲ ਹੋ ਗਿਆ ਏ ਘਰ ਦੇ ਵਿੱਚ ਹੀ, ਅਜੇ ਇਹਨਾਂ ਨੇ ਚੜਾਈ ਕੀਤੀ ਨਹੀਂ। ਜੂਜਿਓ ਕੁਵਰ ਹੀਣ ਤਈ ਭਈ ਬਾਤਾ। ਹਾਂ, ਇਹਨਾਂ ਦਾ ਕੋਰ ਪੁੱਤਰ ਜੂਝਿਓ ਮਰ ਗਿਆ ਏ। ਰਾਜਕੁਮਾਰ ਸ਼ਹੀਦ ਹੋ ਗਿਆ ਏ। ਇਹਨਾਂ ਦੀ ਹੁਣ ਬੜੀ ਹੇਠੀ ਵਾਲੀ ਗੱਲ ਹੋਈ ਹੈ। ਹੁਣ ਇਹਨਾਂ ਦੀ ਹਾਰ ਹੋਵੇਗੀ ਜੰਗ ਦੇ ਮੈਦਾਨ ਵਿੱਚ। ਆਗਾ ਸੁਫਲ ਨਹ ਸੰਗਰਾਮਾ। ਜੰਗ ਦੇ ਮੈਦਾਨ ਦੇ ਵਿੱਚ ਹੁਣ ਇਹਨਾਂ ਵਾਸਤੇ ਸੁਫਲ ਫਲਦਾਇਕ ਗੱਲ ਨਹੀਂ, ਭਲੀ ਗੱਲ ਨਹੀਂ ਹੋਏਗੀ। ਇਹਨਾਂ ਦਾ ਜੰਗ ਸਫਲਾ ਨਹੀਂ ਹੋਏਗਾ। ਆਨਤ ਅਸਰ ਕੁਲੇ ਮਹਿ ਜਾਨਾ। ਦੈਂਤ ਮਰਨਗੇ। ਇਸ ਤਰ੍ਹਾਂ ਹੁਣ ਦੈਂਤਾਂ ਦੀ ਕੁਲ ਦੇ ਵਿੱਚ ਜਾਣਿਆ ਜਾਂਦਾ ਏ। ਕੁਲੀ ਦੈਂਤਾਂ ਦੀ ਕੁਲ ਦੇ ਵਿੱਚ ਹੁਣ ਇਹ ਗੱਲ ਜਾਣੀ ਜਾਏਗੀ ਕਿ ਦੈਂਤਾਂ ਦੀ ਕੁਲ ਜੰਗ ਦੇ ਮੈਦਾਨ ਵਿੱਚ ਮਰ ਜਾਣਗੇ। ਸਾਨੇ ਆਗੇ ਪੀ ਨ੍ਰਿਪ ਜੋਤਿਸ ਪੁੱਛਿਓ। ਹਾਂ, ਮੰਤਰੀ ਕਹਿੰਦੇ ਅੱਗੇ ਵੀ ਦੈਂਤਾਂ ਦੀ ਕੁਲ ਵਿੱਚ ਇਹ ਗੱਲ ਜਾਣੀ ਜਾਂਦੀ ਹੈ। ਉਹਨਾਂ ਨੇ ਜੋਤਿਸ਼ ਦਾ ਗ੍ਰੰਥ ਦੇਖਿਆ ਏ। ਜਦੋਂ ਵੀਰਯਨਾਥ ਨੇ ਕਿਹਾ ਸੀ ਦੈਂਤ ਜੋਤਸ਼ੀ ਨੂੰ ਕਿ ਤੁਸੀਂ ਦੇਖੋ ਜੋਤਿਸ਼ ਦੇ ਵਿੱਚ, ਉਹਨੇ ਕਹੀ ਸੀ ਵੀ ਦੈਂਤਾਂ ਦੀ ਹਾਰ ਹੋਏਗੀ, ਦੈਂਤ ਮਰਨਗੇ। ਅੱਗੇ ਵੀ ਵੀਰਯਨਾਥ ਨੇ ਪੁੱਛਿਆ ਸੀ ਜੋਤਸ਼ੀ ਤੋਂ। ਹਾਨ ਸਕਲ ਬਿਦ ਦਾਨਵ ਪੇਖਿਓ। ਹਾਂ, ਦਾਨਵ ਜੋਤਸ਼ੀ ਨੇ ਵੇਖਿਆ ਸੀ ਕਿ ਸਾਰੇ ਤਰੀਕਿਆਂ ਨਾਲ ਦੈਂਤਾਂ ਦੀ ਹਾਰ ਹੀ ਲਿਖੀ ਹੈ ਜੋਤਿਸ਼ ਦੇ ਗ੍ਰੰਥ ਵਿੱਚ। ਸੁਰਗਨ ਕੁਮਕ ਭਇਓ ਅਬ ਭਾਰੇ। ਹੁਣ ਇਹ ਦੇਵਤਿਆਂ ਦਾ ਵਾਲ ਨਹੀਂ ਵਿੰਗਾ ਕਰ ਸਕਦੇ ਕਿਉਂਕਿ ਦੇਵਤਿਆਂ ਦੀ ਕੁਮਕ ਮਦਦ ਹੁਣ ਭਾਰੀ ਹੋਈ ਹੈ। ਪ੍ਰਗਟੇ ਵਿਸ਼ਵ ਰੂਪ ਬਨਵਾਰੇ। ਕਿਉਂਕਿ ਹੁਣ ਵਿਸ਼ਵ ਰੂਪ ਵਿਰਾਟ ਸਰੂਪ ਸੰਸਾਰ ਰੂਪੀ ਜੰਗਲ ਨੂੰ ਰੋਜੀ ਰੋਟੀ ਰੂਪੀ ਵਾਰੀ ਪਾਣੀ ਦੇਣ ਵਾਲੇ ਸਰਬਲੋ ਭਗਵਾਨ ਜੀ ਪ੍ਰਗਟ ਹੋਏ ਨੇ। ਮਾਰੇ ਮਰੈ ਨਾ ਟਾਰੇ ਟਰ ਹੈ। ਮਾਰੇ ਮਰੈ ਨਾ ਟਾਰੇ ਟਰ ਹੈ। ਇਹ ਨੰਨਾ ਦੇਲੀ ਦੀਪਕ ਹੈ। ਕਹਿੰਦੇ ਨੇ ਕਿ ਸਰਬਲੋ ਭਗਵਾਨ ਮਾਰਿਆ ਮਰੇਗਾ ਨਹੀਂ ਤੇ ਟਾਲਿਆ ਟਲੇਗਾ ਨਹੀਂ। ਅਜਰ ਅਮਰ ਸੁਰਗਣ ਕਹਿ ਕਰ ਹੈ। ਹਾਂ, ਉਹ ਅਜਰ ਹੈ, ਉਹ ਅਮਰ ਹੈ। ਉਹ ਕਦੇ ਵੀ ਬੁੱਢਾ ਨਹੀਂ ਹੁੰਦਾ, ਕਦੇ ਵੀ ਉਹ ਜੜ ਨਹੀਂ ਹੁੰਦਾ, ਸਦਾ ਹੀ ਉਹ ਚੇਤਨ ਰਹਿੰਦਾ ਹੈ ਤੇ ਉਹ ਅਮਰ ਹੈ, ਉਹਨੂੰ ਕੋਈ ਮਾਰ ਨਹੀਂ ਸਕਦਾ। ਅਜਰ ਅਮਰ, ਉਹ ਅਜਰ ਹੈ, ਉਹ ਅਮਰ ਹੈ ਤੇ ਉਹ ਦੇਵਤਿਆਂ ਦੇ ਤਾਈਂ ਵੀ ਅਜਰ ਤੇ ਅਮਰ ਕਰ ਦੇਵੇਗਾ। ਜਾਂ ਤੇ ਭਲੋ ਸੰਧ ਹੈ ਭਾਈ। ਇਹਦਾ ਆਪਸ ਵਿੱਚ ਵਿਚਾਰਾਂ ਕਰਦੇ ਨੇ ਵੀ ਹੁਣ ਜੋਗ ਗੱਲ ਇਹ ਹੈ ਸਾਨੂੰ ਸੰਧੀ ਕਰ ਲੈਣੀ ਚਾਹੀਦੀ ਹੈ। ਭਰਾਓ, ਇਸ ਲਈ ਚੰਗੀ ਤੇ ਹੁਣ ਸੰਧੀ ਹੀ ਹੈ। ਰਾਜਨੀਤ ਕਰ ਦੂਤ ਪਠਾਏ। ਤੇ ਦੇਖੋ ਸਰਬਲੋ ਭਗਵਾਨ ਜੋ ਤਿੰਨਾਂ ਲੋਕਾਂ ਦਾ ਦਾਤਾ ਏ, ਉਹਨੇ ਫਿਰ ਵੀ ਦੰਤਾਂ ਦਾ ਭਲਾ ਕਰਨ ਵਾਸਤੇ, ਸੰਧੀ ਕਰਨ ਵਾਸਤੇ ਦੂਤ ਭੇਜੇ ਸਨ। ਰਾਜਨੀਤੀ ਨੂੰ ਵਿਚਾਰ ਕਰਕੇ ਤੇ ਇਹਨਾਂ ਮੂਰਖ ਰਾਜਕੁਮਾਰਾਂ ਨੇ ਰਾਜਨੀਤੀ ਨੂੰ ਸਮਝਿਆ ਹੀ ਨਹੀਂ। ਸਾਨੇ ਨ੍ਰਿਪਹਠ ਗਹਿਓ ਸੰਗਰਾਮ ਮਹਿ ਕਰਨਾ। ਮੰਤਰੀ ਵਿਚਾਰ ਕਰਦੇ ਨੇ, ਉਧਰ ਵੀਰਯਨਾਥ ਉਹ ਬੜਾ ਵੱਡਾ ਮੂਰਖ ਹੈ,
ਉਹਨੇ ਹੱਠ ਪਕੜਿਆ ਏ ਵੀ ਜੰਗ ਹੀ ਕਰਨਾ ਏ। ਜਾਨ ਬੂਝ ਕੂਪ ਮਹਿ ਪਰਣਾ। ਪਤਾ ਨਹੀਂ ਉਹਨੂੰ ਕੀ ਹੋ ਗਿਆ ਏ, ਉਹ ਜਾਣ ਬੂਝ ਕੇ ਹੀ ਖੂਹ ਦੇ ਵਿੱਚ ਪੈਣਾ ਐਸਾ ਉਹਨੇ ਧਾਰਨਾ ਕੀਤਾ ਆਪਣੇ ਮਨ ਵਿੱਚ। ਆਏ ਦਿਵਸ ਹਾਨ ਕੇ ਸਭ ਬਿਦ। ਵਿਚਾਰਾਂ ਕਰਦੇ ਨੇ ਮੰਤਰੀ, ਹੁਣ ਸਾਰੇ ਤਰੀਕਿਆਂ ਦੇ ਨਾਲ ਦੰਤਾਂ ਦੇ ਹਾਨੀ ਦੇ ਦਿਨ ਆ ਗਏ ਨੇ। ਚੇਤਨਾ ਉਬਰੇ ਕਉ ਕਹਿ ਬਿਦ। ਕਿਸੇ ਵੀ ਤਰੀਕੇ ਦੇ ਨਾਲ ਹੁਣ ਕੋਈ ਜਿਉਂਦਿਆ ਨਹੀਂ ਬਚੇਗਾ ਜੰਗ ਦੇ ਮੈਦਾਨ ਵਿੱਚ। ਸਰਬਲੋ ਭਗਵਾਨ ਮਾਰ ਦੇਵੇਗਾ ਸਾਰਿਆਂ ਨੂੰ। ਜੇ ਹਮ ਕਹੈ ਸੰਧ ਹੈ ਨੀਕੋ। ਹਾਂ, ਸਾਡਾ ਰਾਜਾ ਬੜਾ ਸ਼ਦਾਈ ਹੈ ਬੀਰੇਨਾਥ। ਵਿਚਾਰਾ ਕਰਦੇ ਮੰਤਰੀ ਕਹਿੰਦੇ ਨੇ ਵੀ ਜੇ ਹੁਣ ਕਿਹਾ ਨਾ ਅਸਾਂ ਨੇ ਕਿ ਮਹਾਰਾਜ ਰਾਜਨ ਕਿ ਸੰਧੀ ਚੰਗੀ ਹੈ, ਸਾਨੂੰ ਦੇਵਤਿਆਂ ਦੇ ਨਾਲ ਸੁਲਹ ਸਫਾਈ ਕਰ ਲੈਣੀ ਚਾਹੀਦੀ ਹੈ। ਕਹੇ ਨਿਰਪਤ ਤਰਾਸਤ ਭਏ ਜੀ ਕੋ। ਹਾਂ, ਤੇ ਫਿਰ ਕਹੇਗਾ ਕਿ ਤੁਹਾਡੇ ਜੀ ਹਿਰਦੇ ਕੋ ਨੂੰ ਤਰਾਸਤ ਡਰ ਆਉਂਦਾ ਹੈ, ਤੁਸੀਂ ਹਿਰਦੇ ਵਿੱਚ ਡਰੇ ਹੋਏ ਹੋ। ਇਸ ਤਰੀਕੇ ਨਾਲ ਨਿਰਪਤ ਰਾਜਾ ਕਹੇਗਾ। ਤਰਾਸਤ ਸੱਸੇ ਨੂੰ ਨਹੀਂ, ਤੱਤੇ ਨੂੰ ਸਿਹਾਰੀ ਕਰ ਲੈਣੀ। ਜਾਂ ਤੇ ਮਰ ਮਿਟਣੋ ਹੈ ਭਲੋ। ਇਸ ਵਾਸਤੇ ਸਾਨੂੰ ਜੰਗ ਦੇ ਮੈਦਾਨ ਦੇ ਵਿੱਚ ਹੁਣ ਭਲਾ ਇਹੀ ਹੈ ਕਿ ਜੰਗ ਦੇ ਮੈਦਾਨ ਦੇ ਵਿੱਚ ਮਰ ਮਿਟੀਏ। ਮਿਟਾ ਕਲੰਕ ਪਾਪ ਤਨ ਗਲੋ। ਜੇ ਜੰਗ ਦੇ ਮੈਦਾਨ ਵਿੱਚ ਮਰਾਂਗੇ ਤੇ ਕਾਇਰਪੁਣੇ ਦਾ ਕਲੰਕ ਨਹੀਂ ਲੱਗੇਗਾ, ਇਹ ਕਲੰਕ ਮਿਟ ਜਾਏਗਾ। ਤੇ ਇਹ ਪਾਪਾਂ ਦਾ ਜੋ ਫਲ ਇਹ ਤਨ ਸਾਨੂੰ ਪ੍ਰਾਪਤ ਹੋਇਆ ਏ, ਇਹ ਗਲੋਂ ਗਲ ਜਾਏਗਾ। ਕਿਉਂਕਿ ਜੇ ਪੁੰਨ ਕਰਮ ਅਧਿਕ ਹੋਣ ਤੇ ਦੇਵਤਿਆਂ ਵਾਲੀ ਦੇਹ ਮਿਲਦੀ ਹੈ, ਪਾਪ ਕਰਮ ਅਧਿਕ ਹੋਣ ਤੇ ਦੰਤਾਂ ਵਾਲੀ ਦੇਹ ਪ੍ਰਾਪਤ ਹੁੰਦੀ ਹੈ। ਸਾਨੇ ਅਦਮ ਦੇਹ ਦਾਨਵੇ ਅਸ਼ੋਪਾ। ਉਹ ਕਹਿੰਦੇ ਅਸਾਂ ਨੇ ਪਾਪ ਕੀਤੇ ਤਾਂ ਸਾਨੂੰ ਇਹ ਅਦਮ ਨੀਚਾਂ ਵਾਲੀ ਦੇਹ ਅਸ਼ੋਭਾ, ਜਿਹਨੂੰ ਕੋਈ ਛੋਹਦਾ ਵੀ ਨਹੀਂ, ਨਾ ਛੋਹਣ ਯੋਗ, ਇਹ ਦਾਨਵੀ ਦੰਤਾਂ ਵਾਲੀ ਪ੍ਰਾਪਤ ਹੋਈ ਹੈ। ਸਮਰ ਛੇਤਰ ਸ਼ੁੱਧ ਹੋਏ ਨਾ ਧੋਪਾ। ਹਾਂ, ਜੰਗ ਦੇ ਮੈਦਾਨ ਵਿੱਚ ਸ਼ੁੱਧ ਹੋ ਜਾਏਗੀ, ਨਾ ਧੋਪਾ। ਇਹਦੇ ਵਿੱਚ ਕੋਈ ਧੋਖੇ ਧੜੇ ਵਾਲੀ ਗੱਲ ਨਹੀਂ ਹੈ। ਸਮਰ ਛੇਤਰ ਜੰਗ ਦਾ ਮੈਦਾਨ ਗੰਗਾ ਦੀ ਤਰ੍ਹਾਂ ਏ, ਉਹਦੇ ਵਿੱਚ ਲੜਨਾ ਇਸ਼ਨਾਨ ਦੀ ਤਰ੍ਹਾਂ ਏ। ਤੇ ਅਸੀਂ ਜੰਗ ਦੇ ਮੈਦਾਨ ਵਿੱਚ ਜਾ ਕੇ ਜਦ ਗੰਗਾ ਦਾ ਇਸ਼ਨਾਨ ਕਰਾਂਗੇ ਤੇ ਫਿਰ ਅਸੀਂ ਸੁੱਧ ਹੋ ਜਾਵਾਂਗੇ। ਇਹ ਜੋ ਪਾਪੀਆਂ ਵਾਲੀ ਨੀਚ ਦੀ ਹੈ, ਨਾ ਛੋਹਣੇ ਯੋਗ, ਇਹ ਖਤਮ ਹੋ ਜਾਏਗੀ। ਆਪ ਮੂਹੇ ਜਗ ਪਰਲੋ ਭਾਈ। ਵਿਚਾਰਾਂ ਕਰਦੇ ਨੇ ਮੰਤਰੀ ਵੀ ਅੱਗੇ ਵੀ ਸੁਣਿਆ ਏ, ਜਦੋਂ ਬੰਦਾ ਮਰ ਜੇ ਨਾ ਆਪ, ਉਦੋਂ ਜਗਤ ਦੇ ਵਿੱਚ ਪਰਲੋ ਹੀ ਹੁੰਦੀ ਹੈ ਨਾ। ਜਦੋਂ ਗੁਰੂ ਖਾਲਸਾ ਜੀ ਕਹਿੰਦੇ ਨੇ ਵੀ ਇੱਕ ਵਾਰੀ ਗਿੱਦੜ ਨੂੰ ਕਿਸੇ ਨੇ ਪੁੱਛਿਆ ਵੀ ਪਰਲੋ ਕਦ ਆਵੇਗੀ, ਤਾਂ ਉਹ ਕਹਿਣ ਲੱਗਾ ਆਪ ਮਰੇ ਪਰਲੋ ਸੰਸਾਰ ਆ। ਜਦੋਂ ਮੈਂ ਆਪ ਮਰ ਗਿਆ ਮੇਰੇ ਲਈ ਤੇ ਪਰਲੋ ਹੋ ਗਈ, ਮੈਂ ਪਰਲੋ ਤੋਂ ਕੀ ਲੈਣਾ ਏ। ਇਸੇ ਪ੍ਰਕਾਰ ਉਹ ਆਪਸ ਵਿੱਚ ਗੱਲਾਂ ਕਰਦੇ ਨੇ, ਇਹ ਕਹਾਵਤ ਪਾਉਂਦੇ ਨੇ, ਇੱਕ ਦੂਜੇ ਨੂੰ ਸੁਣਾਉਂਦੇ ਨੇ ਵੀ ਜਦੋਂ ਆਪ ਮਰ ਗਏ ਉਦੋਂ ਜਗਤ ਦੀ ਤੇ ਪਰਲੋ ਹੀ ਹੋ ਜਾਣੀ ਹੈ। ਸਾਡੇ ਲਈ ਪਿੱਛੋਂ ਕਿਸੇ ਦੀ ਜਿੱਤ ਹੋਵੇ, ਕਿਸੇ ਦੀ ਹਾਰ ਹੋਵੇ, ਅਸਾਂ ਨੇ ਕੀ ਲੈਣਾ ਏ। ਕੋ ਕਾਹੂ ਕੇ ਸੰਗ ਨਾ ਜਾਈ। ਹਾਂ, ਕੋਈ ਕਿਸੇ ਦੇ ਨਾਲ ਨਹੀਂ ਜਾਂਦਾ, ਕਿਸੇ ਨੇ ਕਿਸੇ ਦੇ ਨਾਲ ਨਹੀਂ ਜਾਣਾ। ਇਸ ਵਾਸਤੇ ਸਾਨੂੰ ਕਾਹਦੀ ਚਿੰਤਾ ਕਰਨ ਦੀ ਲੋੜ ਹੈ। ਜੀਅਤ ਲੋ ਬਿਗਰਹ ਅਰ ਸੰਦਾ। ਜਿੰਨਾ ਚਿਰ ਤੱਕ ਜੀਵਨ ਹੈ ਉਹਨਾਂ ਚਿਰ ਤੱਕ ਹੀ ਬਿਗਰਹ ਲੜਾਈ ਤੇ ਸੰਧਾ ਸੁਲਹ ਸਫਾਈ ਹੈ। ਮਰ ਗਏ ਮਿਟਿਓ ਧੰਦ ਸਭ ਫੰਦਾ। ਜਦੋਂ ਅਸੀਂ ਮਰ ਗਏ ਸਾਡੇ ਲਈ ਤੇ ਸਾਰਾ ਸੰਸਾਰ ਦਾ ਧੰਦਾ ਜੋ ਇੱਕ ਫੰਦਾ ਰੂਪ ਹੈ, ਇਹ ਸਭ ਸਾਰਾ ਹੀ ਮਿਟ ਜਾਣਾ ਏ। ਦਿਸ ਚਰ ਤਨ ਕਛ ਭਲੋ ਨਾ ਭਇਓ। ਵਿਚਾਰਾਂ ਕਰਦੇ ਨੇ ਦੰਤਾਂ ਵਾਲਾ ਸਰੀਰ ਸਾਨੂੰ ਪ੍ਰਾਪਤ ਹੋਇਆ ਏ ਤੇ ਸਾਥੋਂ ਕੋਈ ਚੰਗਾ ਕੰਮ ਨਹੀਂ ਹੋਇਆ। ਰਾਗ ਦੋਖ ਜੀਅਤ ਨਹਿ ਗਇਓ। ਹਾਂ, ਤੇ ਸੰਸਾਰ ਦੇ ਵਿੱਚ ਅਸੀਂ ਖੁਸ਼ੀ ਤੇ ਗਮੀ ਦੇ ਵਿੱਚ ਹੀ ਮਰਦੇ ਰਹੇ। ਜਦੋਂ ਸਾਡਾ ਕੋਈ ਚੰਗਾ ਕੰਮ ਹੋ ਜਾਂਦਾ ਉਦੋਂ ਸਾਨੂੰ ਰਾਗ ਖੁਸ਼ੀ ਆਉਂਦੀ ਹੈ, ਕੋਈ ਬੁਰਾ ਕੰਮ ਹੋ ਜਾਂਦਾ ਤੇ ਦੁੱਖ ਗਮੀ ਆ ਜਾਂਦੀ ਹੈ। ਜੀ ਆ ਮਨ ਤੋਂ ਇਹ ਰਾਗ ਦੋਖ ਹੀ ਨਹੀਂ ਗਏ। ਜੀ ਅਤੇ ਨਹਿ ਗਇਓ, ਜੀ ਮੈਨੇ ਮਨ ਤੇ ਮੈਨੇ ਤੂੰ, ਇਹ ਰਾਗ ਤੇ ਦੁੱਖ ਖੁਸ਼ੀ ਤੇ ਗਮੀ ਹੀ ਨਹੀਂ ਮਨ ਤੋਂ ਗਈ। ਤੇ ਜੀ ਅਤੇ ਦੂਜਾ ਪਾਠ ਇਕੱਠਾ ਏ।
ਜੀ ਅਤੇ ਮੈਨੇ ਜਿਉਂਦਿਆਂ ਰਾਗ ਦਵੈਸ਼ ਹੀ ਨਹੀਂ ਗਈ। ਇਹਦੇ ਵਿੱਚ ਹੀ ਪੈ ਕੇ ਅਸਾਂ ਨੇ ਆਪਣੀ ਜ਼ਿੰਦਗੀ ਗੁਜ਼ਾਰ ਲੈਣਾ ਕੀਤੀ ਹੈ। ਸਾਨੇ ਜਾਤੇ ਲੜੋ ਸਮਰ ਸਨਮੁਖ ਹੈ। ਹਾਂ, ਇੱਥੇ ਗੁਰੂ ਖਾਲਸਾ ਜੀ ਸਾਨੀ ਹੈ, ਆਪਸ ਵਿੱਚ ਵਿਚਾਰਾਂ ਕਰਦੇ ਨੇ ਕਿ ਸਾਨੂੰ ਲੜਨਾ ਚਾਹੀਦਾ ਹੈ। ਇਸ ਵਾਸਤੇ ਇੱਕ ਦੂਜੇ ਨੂੰ ਕਹਿੰਦੇ ਨੇ ਜਾਂ ਤੇ ਇਸ ਲਈ ਲੜੋ ਸਮਰ ਸਨਮੁਖ ਹੋ। ਇੱਥੇ ਹੋ ਬਣਾ ਲਓ, ਜੰਗ ਦੇ ਮੈਦਾਨ ਦੇ ਵਿੱਚ ਸਾਹਮਣੇ ਹੋ ਕਰਕੇ ਤੇ ਤੁਸੀਂ ਲੜਨਾ ਕਰੋ। ਜੂਝ ਗਏ ਪਾਈਐ ਨਿਜ ਸੁਖ ਕੋ। ਜਦੋਂ ਅਸੀਂ ਜੂਝ ਗਏ ਨਾ ਤੇ ਪਈਆ ਨਿਜ ਸੁਖ ਕੋ, ਉਦੋਂ ਫਿਰ ਅਸੀਂ ਨਿਜ ਸੁਖ ਨੂੰ ਪਾਵਾਂਗੇ। ਨਿਜ ਆਪਣੇ ਜੋ ਅਸਲੀ ਮਹੱਲ ਹੈ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਨ, ਮਨ ਹਰ ਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਾਨ। ਉਹ ਮਹੱਲ ਵਿੱਚ ਜਾ ਕਰਕੇ, ਨਿਜ ਮਹੱਲ ਵਿੱਚ ਜਾ ਕਰਕੇ ਤੇ ਆਪੇ ਦਾ ਸੁਖ ਪ੍ਰਾਪਤ ਕਰਾਂਗੇ। ਆਪੇ ਨੇ ਨਿੱਜੀ ਸਰੂਪ ਦੇ ਵਿੱਚ ਮਿਲ ਕਰਕੇ ਨਿੱਜ ਆਪਣੇ ਨਿੱਜੀ ਸਰੂਪ ਦਾ, ਆਪਣੇ ਅਸਲੀ ਸਰੂਪ ਦੇ ਸੁਖ ਨੂੰ ਪਈਏ ਪ੍ਰਾਪਤ ਕਰਾਂਗੇ। ਜਦੋਂ ਅਸੀਂ ਜੰਗ ਦੇ ਮੈਦਾਨ ਵਿੱਚ ਲੜ ਕੇ ਸ਼ਹੀਦ ਹੋ ਗਏ ਨਾ ਸਾਹਮਣੇ, ਤੇ ਫਿਰ ਅਸੀਂ ਇਸ ਸੰਸਾਰ ਤੋਂ ਤਰ ਜਾਵਾਂਗੇ। ਕਿਉਂਕਿ ਜਿਹੜਾ ਜੰਗ ਦੇ ਮੈਦਾਨ ਵਿੱਚ ਸ਼ਹੀਦ ਹੁੰਦਾ ਏ ਉਹ ਸੰਸਾਰ ਤੋਂ ਤਰ ਜਾਂਦਾ ਏ। ਇੱਥੇ ਗੁਰੂ ਖਾਲਸਾ ਜੀ ਪਾਈਆ ਛਪਿਆ ਹੈ, ਤੇ ਪਾਈਆ ਦੇ ਨਾਲ ਇਹ ਛੰਦ ਦੀਆਂ ਮਾਤਰਾ ਦੇ ਵਿੱਚ ਫਰਕ ਪੈਂਦਾ ਏ। ਗਿਆਨੀ ਚੰਦਾ ਸਿੰਘ ਦੀ ਬੀੜ ਦੇ ਵਿੱਚ ਜੋ ਉਹਨਾਂ ਨੇ ਹੱਥ ਨਾਲ ਲਿਖੀ ਹੈ, ਕੱਟੂ ਵਾਲੀ ਬੀੜ ਵੀ ਕਹਿੰਦੇ ਨੇ ਜਿਹਨੂੰ, ਉਹਦੇ ਵਿੱਚ ਪੱਪੇ ਨੂੰ ਦਲਾਵਾਂ ਤੇ ਜਈਏ ਨੂੰ ਦਲਾਵਾਂ, ਕਈ ਇਹਨੂੰ ਪੈਈਆ ਕਰਕੇ ਬੋਲਦੇ ਨੇ, ਪਰ ਪੱਪੇ ਦਲਾਵਾਂ ਪਈ। ਜਿਵੇਂ ਗੁਰੂ ਖਾਲਸਾ ਜੀ ਆਪਾਂ ਕਹਿੰਦੇ ਆ ਪੱਪੇ ਦਲਾਵਾਂ ਤੇ ਸੱਸੇ ਨੂੰ ਕਰਨਾ ਪੈਸਾ। ਤੇ ਜਿਹੜੇ ਗੁਰੂ ਖਾਲਸਾ ਜੀ ਆ ਬਾਹਰਲੇ ਪ੍ਰਾਂਤਾਂ ਦੇ ਵਿੱਚੋਂ ਆਉਂਦੇ ਨੇ, ਉਹ ਕਹਿੰਦੇ ਨੇ ਪੈਸਾ। ਆਪਾਂ ਪੈ ਬੋਲਦੇ ਆ, ਉਹ ਪਈ ਬੋਲਦੇ ਨੇ। ਆਪਾਂ ਬੋਲਦੇ ਆ ਕੈਸਾ, ਉਹ ਕੈਸਾ ਬੋਲਦੇ ਨੇ। ਤੇ ਸੰਸਕ੍ਰਿਤ ਦੇ ਵਿੱਚ ਵੀ ਇਹ ਨਿਯਮ ਹੈ, ਦਲਾਵਾਂ ਦਾ ਉਚਾਰਨ ਈ ਵਾਂਗੂ ਹੁੰਦਾ ਹੈ। ਇਸ ਲਈ ਇਹਨੂੰ ਪਈਐ ਇਸ ਤਰੀਕੇ ਦੇ ਨਾਲ, ਹੱਲੇ ਦੇ ਨਾਲ ਹੀ, ਜਲਦੀ ਦੇ ਨਾਲ ਹੀ ਪੜ੍ਹਨਾ ਹੈ। ਤੇ ਇਸ ਤਰੀਕੇ ਦੇ ਨਾਲ ਪਾਠ ਇੱਥੇ ਸ਼ੁੱਧ ਕਰ ਲਵੋ। ਬੇਮੁਖ ਭਜੈ ਜੇ ਰਣ ਤਜ ਭਾਏ। ਹਾਂ, ਆਪਸ ਵਿੱਚ ਵਿਚਾਰਾਂ ਕਰਦੇ ਨੇ ਵੀ ਇਹ ਜੰਗ ਦੇ ਮੈਦਾਨ ਨੂੰ ਛੱਡ ਕੇ, ਬੇਮੁਖ ਹੋ ਕੇ ਜੰਗ ਦੇ ਮੈਦਾਨ ਨੂੰ ਛੱਡ ਕੇ ਭਾਈ ਆਪਾਂ ਭੱਜ ਗਏ। ਨਰਕ ਘੋਰ ਮੋਹ ਬਾਸਣ ਪਾਏ। ਹਾਂ, ਨਰਕਾਂ ਦੇ ਵਿੱਚ, ਘੋਰ ਨਰਕਾਂ ਵਿੱਚ ਜਾ ਕੇ, 18ਵਾਂ ਜੋ ਨਰਕ ਜਿੱਥੇ ਗੁਰੂ ਖਾਲਸਾ ਜੀ ਪੈਂਦਿਆਂ ਸਾਰੀ ਕੋੜ ਹੋ ਜਾਂਦਾ ਹੈ, ਉਹ ਘੋਰ ਨਰਕ ਦੇ ਵਿੱਚ ਜਾ ਕਰਕੇ ਬਾਸਾ ਪਾਵਾਂਗੇ। ਅਬ ਕਹਿ ਸਭ ਹਿਨ ਧੀਰਜ ਧਰਿਓ। ਅਬ ਨਹੀਂ ਭਈ ਆਸ ਹੈ, ਆਸ ਕਹਿ, ਐਸਾ ਕਹਿ ਕਰਕੇ ਤੇ ਸਾਰਿਆਂ ਨੇ ਧੀਰਜ ਨੂੰ ਧਾਰਨਾ ਕੀਤਾ ਏ। ਨਿਸਚੈ ਮਰਨ ਸਮਰ ਮੁਖ ਕਰਿਓ। ਨਿਸ਼ਚੇ ਕਰਕੇ ਸਾਰਿਆਂ ਨੇ ਜੰਗ ਦੇ ਮੈਦਾਨ ਵਿੱਚ ਮਰਨਾ, ਐਸਾ ਜੋ ਮੁੱਖ ਮਤਾ ਪਕਾਉਣਾ ਕੀਤਾ ਹੈ, ਐਸਾ ਉਹਨਾਂ ਨੇ ਨਿਸ਼ਚੈ ਹੀ ਮਰਨਾ ਹੈ ਤੇ ਜੰਗ ਦੇ ਮੈਦਾਨ ਨੂੰ ਆਪਣਾ ਮੁਖੜਾ ਕਰਨਾ ਕੀਤਾ ਹੈ। ਧਰਤਾ ਭੂਤ ਕੁਵਰ ਕਹਤਾਏ। ਹਾਂ, ਜਿਹੜਾ ਕੰਤਾਲ ਮਾਰਿਆ ਗਿਆ ਸੀ ਵੀਰੇਨਾਥ ਦਾ ਰਾਜਕੁਮਾਰ, ਉਹਨੂੰ ਤਾਬੂਤ ਸੰਦੂਖ ਦੇ ਵਿੱਚ ਧਾਰ ਕਰਕੇ ਪਠਿਓ ਦੂਤ ਦਾ ਨਿਸਚਰ ਰਾਏ। ਹਾਂ, ਨਾਲ ਦੂਤ ਦੇ ਕਰਕੇ ਮੰਤਰੀਆਂ ਨੇ ਤੇ ਨਿਸ਼ਚਰ ਰਾਈ ਵੀਰੇਨਾਥ ਦੇ ਕੋਲ ਭੇਜਣਾ ਕੀਤਾ। ਲਿਖ ਭਾਰਤ ਹੋਏ ਬੀਤੇ ਜੈਸੇ। ਇੱਥੇ ਗੁਰੂ ਖਾਲਸਾ ਜੀ ਸਾਨੀ ਹੈ, ਇਹ ਇੱਥੇ ਨੋਟ ਕਰ ਲੈਣਾ। ਸੱਸੇ ਨੂੰ ਕੰਨਾ ਤੇ ਨੰਨੇ ਨੂੰ ਬਿਹਾਰੀ ਸਾਨੀ, ਤੇ ਅੱਗੇ ਦੋ ਡੰਡੇ ਨੇ। ਆਨੰਦਪੁਰ ਵਾਲੇ ਭਾਗਾਂ ਵਿੱਚ ਇਸ ਤਰੀਕੇ ਨਾਲ ਇੱਥੇ ਸਾਨੀ ਆਉਂਦਾ ਹੈ। ਜਾਂ ਤੇ ਲੜੋ ਸਮਰ ਸਨਮੁਖ ਹੋ, ਇੱਥੇ ਵੀ ਸਾਨੀ ਹੈ। ਤੇ ਇਹ ਸਾਨੀ ਗੁਰੂ ਖਾਲਸਾ ਜੀ ਇੱਥੇ ਲਿਖ ਲੈਣਾ। ਫਿਰ ਪੜ੍ਹ ਦਿਓ ਜੀ। ਲਿਖ ਭਾਰਤ ਹੋਏ ਬੀਤੀ ਜੈਸੇ। ਹਾਂ, ਲਿਖ ਵਾਰਤਾ। ਉਹਨਾਂ ਨੇ ਵਾਰਤਾ ਲਿਖੀ ਤੇ ਨਾਲ ਦੂਤਾਂ ਨੂੰ ਦੇ ਦਿੱਤੀ। ਜਿਹੜੇ ਦੂਤ ਤਾਬੂਤ ਨੂੰ ਚੁੱਕ ਕਰਕੇ ਵੀਰੇਨਾਥ ਦੇ ਕੋਲ ਚੱਲੇ ਸਨ। ਜਿਵੇਂ ਹੋਈ ਸੀ, ਜਿਵੇਂ ਦੂਤ ਆਏ ਗਣੇਸ਼ ਤੇ ਸਵਾਮ ਕਾਰਤਿਕ, ਉਹਨਾਂ ਨੇ ਜਿਵੇਂ ਕੰਤਾਲ ਨੂੰ ਮਾਰਿਆ, ਜਿਵੇਂ ਹੋਈ ਬੀਤੀ ਸੀ
ਉਹ ਸਾਰੀ ਹੀ ਵਾਰਤਾ ਲਿਖੀ। ਇਸ ਤੱਤੇ ਨੂੰ ਕਰਨਾ ਏ, ਇਹ ਪ੍ਰਾਤਨ ਬੀੜਾਂ ਵਿੱਚ ਹੈ, ਇਹ ਇੱਥੇ ਗੁਰੂ ਖਾਲਸਾ ਜੀ ਲਿਖ ਲੈਣਾ। ਹਦਨਾਦ ਬੀਰਜ ਰਿਗ ਸਭ ਵੈਸੇ। ਹਾਂ, ਤੇ ਬੀਰਨਾਦ ਦੀ ਹੱਦ ਹੋ ਗਈ। ਉਹਨੇ ਐਸੀ ਹੱਦ ਮੰਨੀ ਵੀ ਕੀ ਗੱਲ ਹੋਈ ਹੈ, ਰਿਗ ਦੇਵਤੇ ਸਾਰੇ ਜਿੱਦਾਂ ਦੇ ਹੈਗੇ ਸੀ ਉਦਾਂ ਹੀ ਹੈ, ਤੇ ਮੇਰਾ ਪੁੱਤ ਮਾਰਿਆ ਗਿਆ ਹੈ। ਇਹ ਤੇ ਬੜਾ ਅਪਸ਼ਗਨ ਹੋਇਆ ਹੈ। ਜਦੋਂ ਸਾਰੀ ਵਾਰਤਾ ਲਿਖ ਕੇ ਦੂਤਾਂ ਨੂੰ ਦੇ ਦਿੱਤੀ, ਤੇ ਜਦ ਬੀਰੇਨਾਥ ਦੇ ਪੁੱਤਰ ਦੀ ਲਾਸ਼ ਤੇ ਚਿੱਠੀ ਨੂੰ ਲੈ ਕੇ ਬੀਰੇਨਾਥ ਦੇ ਕੋਲ ਗਏ ਦੂਤ, ਬੀਰੇਨਾਥ ਨੇ ਚਿੱਠੀ ਪੜ੍ਹੀ ਤੇ ਉਹਦੀ ਹੈਰਾਨੀ ਦੀ ਹੱਦ ਹੋ ਗਈ। ਉਹਨੇ ਵੇਖਿਆ ਵੀ ਦੇਵਤਿਆਂ ਨੂੰ ਤੇ ਕੁਝ ਵੀ ਨਹੀਂ ਹੋਇਆ, ਤੇ ਮੇਰਾ ਪੁੱਤਰ ਮਰ ਗਿਆ ਹੈ। ਰੇਗਦਾਰ ਸੁਣਦਾ ਏ ਦੇਵਤਿਆਂ ਨੂੰ ਤੇ ਕੁਝ ਵੀ ਨਹੀਂ ਹੋਇਆ, ਤੇ ਮੇਰਾ ਪੁੱਤਰ ਜੰਗ ਦੇ ਮੈਦਾਨ ਦੇ ਵਿੱਚ ਮਾਰਿਆ ਗਿਆ ਹੈ। ਇਤ ਸਭ ਮਚੇ ਸਮਰਸ਼ਤ ਸੂਰਾ। ਇਧਰ ਮਹਾਰਾਜ ਕਲਗੀਧਰ ਜੀ ਕਹਿੰਦੇ ਐ ਵੀ ਜੰਗ ਦਾ ਮੈਦਾਨ, ਜੰਗ ਦੇ ਮੈਦਾਨ ਦੇ ਵਿੱਚ ਸੂਰਮੇ ਬਹੁਤੇ ਹੀ ਮਚੇ ਹਨ। ਇੱਕ ਪਾਸੇ ਦੇਵਤੇ, ਇੱਕ ਪਾਸੇ ਦੈਂਤ ਨੇ। ਸਮਰਸ਼ਿਤ ਜੰਗ ਦੇ ਮੈਦਾਨ ਦੇ ਵਿੱਚ ਸੂਰਮੇ ਸਾਰੇ ਹੀ ਮਚੇ ਹਨ। ਬਜਿਓ ਜੁਜਊਆ ਦੁੰਦਬ ਤੂਰਾ। ਇਧਰ ਜੁਜਊਆ ਦੁੰਦਬ ਨਗਾਰੇ ਤੇ ਤੂਰਾ ਤੂਤੀਆਂ ਵੱਜੀਆਂ ਨੇ। ਬਜੇ ਦੋਹੂ ਦਿਸ ਘੋਰ ਨਿਸ਼ਾਨਾ। ਵੱਡੇ ਵੱਡੇ ਜੰਗੀ ਨਿਸ਼ਾਨਾ ਨਗਾਰੇ ਦੋਵਾਂ ਹੀ ਦਿਸ਼ਾਵਾਂ ਵਿੱਚ ਵੱਜੇ ਨੇ। ਜੁਟੇ ਦੇਵ ਅਦੇਵੇਸ ਆਨਾ। ਹਾਂ, ਜੁਟੇ ਦੇਵ ਅਦੇਵਸ ਆਨਾ। ਅਦੇਵਸ ਦਾ ਅਰਥ ਹੁੰਦਾ ਏ ਕਿ ਦੰਤਾਂ ਦੇ ਈਸ਼ਵਰ। ਅਦੇਵ ਇਸ ਤਰੀਕੇ ਦੇ ਨਾਲ ਗੁਰੂ ਖਾਲਸਾ ਜੀ ਪਾਠ ਦੀ ਸੰਧੀ ਹੋਏਗੀ। ਅਦੇਵ ਦੇਵ ਮੈਨੇ ਦੇਵਤੇ, ਅਦੇਵ ਮੈਨੇ ਦੈਂਤ। ਤੇ ਦੈਂਤਾਂ ਦੇ ਜੋ ਇਸ ਮਾਲਕ ਵੱਡੇ ਜੰਗੀ ਜਰਨੈਲ ਸੀ, ਉਹ ਸਾਰੇ ਸਮਰਸ਼ੇਤ ਵਿੱਚ ਆਨਾ ਆ ਕਰਕੇ ਜੁਟੇ ਨੇ ਦੇਵਤਿਆਂ ਦੇ ਨਾਲ। ਚਮਕੇ ਤਹਾਂ ਅਸਨ ਕੀ ਧਾਰਾ। ਅਸਨ ਮੈਨੇ ਕਿਰਪਾਨਾਂ ਦੀ ਜੋ ਧਾਰ ਹੈ, ਉੱਥੇ ਚਮਕੀ ਹੈ ਜੰਗ ਦੇ ਮੈਦਾਨ ਵਿੱਚ। ਗਰਜੇ ਸੂਰ ਬੀਰ ਬਰਿਆਰਾ। ਜਿਹੜੇ ਸੂਰਬੀਰ ਬਰਿਆਰਾ ਬਲ ਵਾਲੇ ਨੇ, ਉਹ ਜੰਗ ਦੇ ਮੈਦਾਨ ਵਿੱਚ ਗੱਜੇ ਨੇ। ਲੋਹ ਕਟਾ ਦਾਰੁਨ ਘਿਰ ਆਇਓ। ਇੱਥੇ ਵੀ ਗੁਰੂ ਖਾਲਸਾ ਜੀ ਸਾਨੀ ਹੈ। ਇਹ ਵੀ ਆਨੰਦਪੁਰ ਵਾਲੇ ਜੋ ਬਰੀਕ ਅੱਖਰਾਂ ਵਿੱਚ ਛਪੇ ਗੁਰੂ ਖਾਲਸਾ ਜੀ ਭਾਗ ਤੇ ਪ੍ਰਾਤਨ ਜੋ ਹੱਥ ਲਿਖਤ ਬੀੜਾਂ ਨੇ, ਉਹਨਾਂ ਵਿੱਚ ਇੱਥੇ ਸਾਨੀ ਹੈ। ਇਹ ਠੀਕ ਕਰ ਲੈਣਾ। ਸੱਸੇ ਨੂੰ ਕੰਨਾ, ਨੰਨੇ ਨੂੰ ਬਿਹਾਰੀ, ਤੇ ਅੱਗੇ ਦੋ ਡੰਡੇ ਨੇ। ਲੋਹ ਘਟਾ ਦਾ ਅਰਥ ਹੈ ਲੋਹੇ ਦੇ ਬੱਦਲ। ਭਾਵ ਜੰਗ ਦੇ ਮੈਦਾਨ ਵਿੱਚ ਸ਼ਸਤਰ ਇਦਾਂ ਵਰਸੇ ਨੇ ਜਿੱਦਾਂ ਬੱਦਲ ਵਰਸਦੇ ਹੁੰਦੇ ਨੇ। ਇਸ ਵਾਸਤੇ ਸ਼ਸਤਰਾਂ ਨੂੰ ਲੋਹ ਘਟਾ ਲਿਖਿਆ ਹੈ। ਸੋ ਕਹਿੰਦੇ ਨੇ ਮਾਨੋ ਕਿ ਡਰਾਉਣੀ ਲੋਹ ਘਟਾਈ ਘਿਰ ਕਰਕੇ ਆ ਗਈ ਹੋਵੇ ਜੰਗ ਦੇ ਮੈਦਾਨ ਵਿੱਚ, ਲੋਹੇ ਦੇ ਬੱਦਲ ਹੀ ਬਰਸ ਪਏ ਹੋਣ। ਭਾਵ ਇਹਨੇ ਸ਼ਸਤਰ ਜੰਗ ਦੇ ਮੈਦਾਨ ਵਿੱਚ ਚੱਲੇ ਨੇ। ਦੋਹ ਦੇਸ ਸ਼ਸਤਰ ਅਸਤਰ ਤੇ ਛਾਇਓ। ਮਹਾਰਾਜ ਸਾਹਿਬ ਜੀ ਕਹਿੰਦੇ ਨੇ ਦੋਹਾਂ ਦੇਸ, ਦੋਨਾਂ ਹੀ ਦਿਸ਼ਾਵਾਂ ਵਿੱਚ ਸ਼ਸਤਰ ਅਸਤਰ ਤੇ ਛਾਇਓ। ਸ਼ਸਤਰਾਂ ਤੇ ਅਸਤਰਾਂ ਕਰਕੇ ਛਾ ਗਈਆਂ ਨੇ। ਦੋਨਾਂ ਹੀ ਦਿਸ਼ਾਵਾਂ ਵਿੱਚ ਸ਼ਸਤਰ ਤੇ ਅਸਤਰ ਛਾ ਗਏ ਨੇ। ਜਾਂ ਦੋਹਾਂ ਦੇਸ ਸ਼ਸਤਰ ਅਸਤਰ ਤੇ ਛਾ ਆਇਓ। ਇਹ ਜਦੋਂ ਅਰਥ ਕਰਨਾ ਹੈ, ਦੋਹਾਂ ਦੇਸ ਸ਼ਸਤਰ ਤੇ ਅਸਤਰ ਛਾ ਆਇਓ, ਇਦਾਂ ਗੁਰੂ ਖਾਲਸਾ ਜੀ ਅਨਵੇਂ ਕਰ ਲੈਣਾ ਹੈ। ਦੋਨਾਂ ਹੀ ਦਿਸ਼ਾਵਾਂ ਦੇ ਵਿੱਚ ਸ਼ਸਤਰ ਅਤੇ ਅਸਤਰ ਛਾ ਕਰਕੇ ਆਏ ਨੇ। ਭਾਵ ਦੋਨਾਂ ਹੀ ਦਿਸ਼ਾਵਾਂ ਵਿੱਚ ਸ਼ਸਤਰ ਤੇ ਅਸਤਰ ਛਾਏ ਹਨ। ਕੋਹ ਕਬਾਨ ਸਹਥੀ ਜਮਦਾਰਾ। ਹਾਂ, ਸਹਥੀ ਵਰਸ਼ੀ ਜਮਦਾਰਾ ਕਟਾਰ ਤੇ ਕੋਹ ਕਬਾਨ ਕੂਕਾਂ ਪਾਉਣ ਵਾਲੇ ਤੀਰ ਚੱਲੇ ਨੇ। ਤੁਪ ਕਤੀਰ ਗੋਲਣ ਕੀ ਮਾਰਾ। ਸਾਹਿਬ ਜੀ ਕਹਿੰਦੇ ਨੇ ਤੋਪਾਂ ਤੋਂ ਗੋਲਿਆਂ ਦੀ ਤੇ ਧਨਖਾਂ ਤੋਂ ਤੀਰਾਂ ਦੀ ਮਾਰ ਮਚੀ ਹੈ ਜੰਗ ਦੇ ਮੈਦਾਨ ਵਿੱਚ। ਅੱਗੇ ਜਿਵੇਂ ਜੰਗ ਹੋਇਆ, ਮਹਾਰਾਜ ਕਲਗੀਧਰ ਪਾਤਸ਼ਾਹ ਜੀ ਕੱਲ ਦੀ ਕਥਾ ਵਿੱਚ ਉਹ ਸਮਰ ਗੀਤਾ ਤੁਹਾਨੂੰ ਸਰਵਣ ਕਰਵਾਉਣਗੇ, ਤੇ ਨਾਲ ਮਹਾਰਾਜ ਸਾਹਿਬ ਜੀ ਫਲ ਦੱਸਣਗੇ। ਹਿਤ ਸੋ ਜੇ ਕੋ ਪ੍ਰਾਤਹਿ ਗਾਵੇ, ਲਹਿ ਮੋਖ ਫਲ ਚਾਰਾ।
ਦਾਸ ਗੋਬਿੰਦ ਫਤਿਹ ਸਤਿਗੁਰ ਕੀ ਗੀਤਾ ਸਮਰਿ ਉਚਾਰਾ। ਇਹ ਸਮਰ ਗੀਤਾ ਗੁਰੂ ਖਾਲਸਾ ਜੀ ਕੱਲ ਨੂੰ ਚੱਲੇਗੀ। ਅੱਗੇ ਫਾਰਸੀ ਦੇ ਵਿੱਚ ਮਹਾਰਾਜ ਸਾਹਿਬ ਜੀ ਜੰਗ ਦੇ ਮੈਦਾਨ ਨੂੰ ਵਰਣਨ ਕਰਨਗੇ। ਜਿਵੇਂ ਜੰਗ ਦੇ ਮੈਦਾਨ ਵਿੱਚ ਫੌਜਾਂ ਲੜੀਆਂ ਨੇ, ਉਹ ਕਥਾ ਆਪਣੇ ਸਰਵਣ ਕਰ ਲਾਹੇ ਪ੍ਰਾਪਤ ਕਰਨੇ ਨੇ। ਅੱਜ ਇਨੀ ਹਾਜ਼ਰੀ ਪ੍ਰਵਾਨ ਕਰਿਓ ਜੀ। ਕੋਹਕ ਬਾਨ ਸਹਥੇ ਜਮਦਾਰਾ ਤੁਪਕ ਤੀਰ ਗੋਲਨ ਕੀ ਮਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।